ਸਾਡੇ ਪ੍ਰਭੂ ਨੇ ਸਮੇਂ-ਸਮੇਂ ਸਿਰ ਇਹਨਾਂ ਚੀਜ਼ਾਂ ਦੀ ਭਵਿੱਖਬਾਣੀ ਕੀਤੀ ਸੀ ਕਿ ਮੈਂ ਤੁਹਾਡੇ ਲਈ ਕੁਛ ਕਰੂੰਗਾ। ਬਹੁਤ ਸਾਰੇ ਪ੍ਰੋਫਿਟਸ, ਨਬੀ ਜੋ ਆਏ ਸੀ, ਉਹਨਾਂ ਨੇ ਵਿਜ਼ਨ ਦੇਖੇ ਸੀ ਔਰ ਪ੍ਰਭੂ ਨੇ ਦਿਖਾਇਆ ਸੀ ਕਿ ਮੈਂ ਮਾਨਵ ਨੂੰ ਕਿਸ ਤਰ੍ਹਾਂ ਸ਼ੁੱਧ ਕਰੂੰਗਾ, ਇਨਸਾਨ ਦੀ ਜਾਤ ਨੂੰ ਮੈਂ ਕਿੱਦਾਂ ਪਵਿੱਤਰ ਕਰੂੰਗਾ, ਕਿਸ ਤਰ੍ਹਾਂ ਉਸ ਦੇ ਵਿੱਚ ਔਰ ਮੇਰੇ ਵਿੱਚ ਦਾ ਉਹ ਰਸਤਾ ਖਤਮ ਹੋਏਗਾ, ਕਿਸ ਤਰ੍ਹਾਂ ਉਹ ਮੇਰੀ ਹਜ਼ੂਰੀ ਦੇ ਵਿੱਚ ਆ ਕੇ ਬੈਠ ਸਕੇਗਾ। ਔਰ ਇਹਨਾਂ ਚੀਜ਼ਾਂ ਨੂੰ ਅੱਜ ਅਸੀਂ ਦੇਖਦੇ ਪਏ ਹਾਂ, ਇਹ ਉਹਨਾਂ ਹਥਿਆਰਾਂ ਨੂੰ ਦੇਖਦੇ ਪਏ ਹਾਂ ਜੋ ਪ੍ਰਭੂ ਨੇ ਸਾਨੂੰ ਦਿੱਤੇ ਤਾਂ ਕਿ ਇਸ ਧਰਤੀ ਤੇ ਵੀ ਅਸੀਂ ਜ਼ਿੰਦਗੀ ਬਿਤਾ ਸਕੀਏ ਔਰ ਉਹਦੀ ਰਾਖੀ ਦੇ ਵਿੱਚ ਬਿਤਾ ਸਕੀਏ, ਉਹਦੀ ਦਇਆ ਦੇ ਵਿੱਚ ਬਿਤਾ ਸਕੀਏ। ਇਸ ਦੇ ਲਈ ਅਸੀਂ ਅਫਸੀਆਂ ਦਾ ਜਿਹੜਾ 6ਵਾਂ ਭਾਵ ਉਸ ਨੂੰ ਦੇਖਦੇ ਪਏ। ਮੈਂ ਤੁਹਾਡੇ ਨਾਲ ਇੱਕ ਅੱਜ ਵੱਖਰੇ ਤਰੀਕੇ ਦੇ ਨਾਲ ਅਸੀਂ ਪ੍ਰਭੂ ਦਾ ਵਚਨ ਦੇਖਾਂਗੇ। ਅਸੀਂ ਪੁਰਾਣੇ ਨਿਯਮ ਦੇ ਕੁਝ ਹਿੱਸੇ ਪਹਿਲਾਂ ਪੜਾਂਗੇ ਔਰ ਫਿਰ ਆਪਾਂ ਅਫਸੀਆਂ ਦੇ ਇਸ ਚੈਪਟਰ ਦੇ ਵਿੱਚ ਆਵਾਂਗੇ। ਮੇਰੇ ਨਾਲ ਕੋਈ ਜਾਣਾ ਯਸਾਇਆ ਨਬੀ ਦਾ 52 ਭਾਵ ਉਹਦੀ 1 ਤੋਂ 12 ਆਇਤ ਤੱਕ, ਇਹ ਹੈ 1107 ਪੰਨਾ ਜਿਸ ਨੂੰ ਮਿਲ ਜਾਏ। ਔਰ ਇਸੇ ਤਰ੍ਹਾਂ ਜ਼ਕਰੀਆ ਦਾ 3ਰਾ ਭਾਵ ਉਹਦੀ 1 ਤੋਂ 10 ਆਇਤ 1408 ਪੰਨਾ ਜਿਸ ਨੂੰ ਮਿਲ ਜਾਏ। ਪਹਿਲਾ ਹੈ 1107, ਦੂਜਾ ਹੈ 1408 ਔਰ ਫਿਰ ਮਰਕਸ ਦਾ 9 ਤੋਂ 20 ਤਾਈਂ ਅਸੀਂ ਇਹ ਪ੍ਰਭੂ ਦੇ ਵਚਨ ਦੇ ਵਿੱਚੋਂ ਇਹਨਾਂ ਹਿੱਸਿਆਂ ਨੂੰ ਦੇਖਾਂਗੇ। ਆਓ ਪਹਿਲਾਂ ਦੇਖੀਏ ਯਸਾਇਆ ਨਬੀ ਦਾ 52 ਭਾਵ 1 ਤੋਂ 12 ਆਇਤ। ਮੈਂ ਪੜਨਾ ਜੀ? ਹਾਂਜੀ ਹਾਂਜੀ। ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਸੋ ਪ੍ਰਭੂ ਦਾ ਸ਼ੁਕਰ ਕਰਦੇ ਅੱਜ ਦੇ ਦਿਨ ਲਈ ਜੋ ਉਹਨੇ ਸਾਨੂੰ ਦਿੱਤਾ ਆ, ਇਸ ਲਈ ਉਹਦਾ ਧੰਨਵਾਦ ਕਰਦੇ ਹਾਂ। ਸਾਰੇ ਭੈਣ ਭਰਾਵਾਂ ਲਈ ਜੋ ਵੀ ਉਹਦੀ ਚਰਨਾਂ ਦੇ ਵਿੱਚ ਇਸ ਤਰ੍ਹਾਂ ਬੈਠ ਕੇ ਉਸਦੇ ਵਚਨ ਨੂੰ ਸੁਣ ਸਕਣ, ਇਸ ਲਈ ਵੀ ਪ੍ਰਭੂ ਦਾ ਬਹੁਤ ਸ਼ੁਕਰ ਕਰਦੇ ਹਾਂ ਕਿ ਅਸੀਂ ਸਹੀ ਸਲਾਮਤ ਪ੍ਰਭੂ ਦੇ ਚਰਨਾਂ 'ਚ ਬੈਠ ਸਕਦੇ ਹਾਂ। ਸੋ ਸ਼ੁਕਰ ਹੈ ਪ੍ਰਭੂ ਤੇਰਾ ਇਸ ਬਚਨ ਲਈ। ਪਰਮੇਸ਼ਰ ਜਰੂਸਲਮ ਦਾ ਬਚਾਅ ਕਰੇਗਾ। ਹੇ ਜਰੂਸਲਮ, ਤੂੰ ਫਿਰ ਜਾਗ ਅਤੇ ਤਕੜਾ ਹੋ। ਹੇ ਪਵਿੱਤਰ ਸ਼ਹਿਰ, ਤੂੰ ਸੁੰਦਰ ਕੱਪੜੇ ਪਾ। ਅਧਰਮੀ ਤੇਰੇ ਅੰਦਰ ਦੁਬਾਰਾ ਪੈਰ ਨਹੀਂ ਰੱਖਣਗੇ। ਤੂੰ ਉੱਠ ਅਤੇ ਆਪਣੇ ਆਪ ਨੂੰ ਝਾੜ। ਤੂੰ ਮਿੱਟੀ ਵਿੱਚੋਂ ਉੱਠ ਅਤੇ ਸਿੰਘਾਸਨ ਉੱਤੇ ਬੈਠ। ਹੇ ਸਿਯੋਨ ਦੇ ਬੰਦੀ ਲੋਕੋ, ਤੁਸੀਂ ਆਪਣੀਆਂ ਬੇੜੀਆਂ ਨੂੰ ਖੋਲ ਸੁੱਟੋ। ਪ੍ਰਭੂ ਆਪਣੇ ਲੋਕਾਂ ਨੂੰ ਕਹਿੰਦਾ ਹੈ, ਜਦੋਂ ਤੁਸੀਂ ਗੁਲਾਮ ਬਣੇ ਸੋ ਤਾਂ ਤੁਹਾਡੇ ਲਈ ਕੋਈ ਮੁੱਲ ਨਹੀਂ ਦਿੱਤਾ ਗਿਆ ਸੀ, ਇਸ ਲਈ ਤੁਹਾਨੂੰ ਆਜ਼ਾਦ ਕਰਾਉਣ ਲਈ ਵੀ ਕੋਈ ਮੁੱਲ ਨਹੀਂ ਦਿੱਤਾ ਗਿਆ। ਮਿਸਰ ਵਿੱਚ ਤਾਂ ਤੁਸੀਂ ਆਪਣੀ ਇੱਛਾ ਨਾਲ ਵਿਦੇਸ਼ੀ ਬਣ ਕੇ ਗਏ ਸੋ, ਪਰ ਅਸੂਰੀ ਲੋਕ ਤੁਹਾਨੂੰ ਧੱਕੇ ਨਾਲ ਬਿਨਾਂ ਕੁਝ ਮੁੱਲ ਭਰਿਆ ਲੈ ਗਏ ਸਨ। ਹੁਣ ਬਾਬਰ ਵਿੱਚ ਵੀ ਤੁਸੀਂ ਗੁਲਾਮੀ ਕਰ ਰਹੇ ਹੋ ਅਤੇ ਬਾਬਰ ਦੇ ਲੋਕਾਂ ਨੇ ਤੁਹਾਡੇ ਲਈ ਕੋਈ ਵੀ ਮੁੱਲ ਨਹੀਂ ਭਰਿਆ ਹੈ। ਤੁਹਾਡੇ ਉੱਤੇ ਸ਼ਾਸਨ ਕਰਨ ਵਾਲੇ ਹਮੇਸ਼ਾ ਹੰਕਾਰ ਕਰਦੇ ਅਤੇ ਮੇਰੀ ਨਿੰਦਾ ਕਰਦੇ ਹਨ। ਉਹ ਸਮਾਂ ਆ ਰਿਹਾ ਹੈ ਜਦੋਂ ਤੁਸੀਂ ਸਵੀਕਾਰ ਕਰੋਗੇ ਕਿ ਮੈਂ ਪਰਮੇਸ਼ਰ ਹਾਂ ਅਤੇ ਮੈਂ ਤੁਹਾਡੇ ਨਾਲ ਬੋਲਿਆ ਹਾਂ। ਇਹ ਕਿੰਨਾ ਸੁੰਦਰ ਲੱਗ ਰਿਹਾ ਹੈ ਜੋ ਪਹਾੜਾਂ ਉੱਤੋਂ ਦੀ ਆ ਰਿਹਾ ਹੈ। ਉਹ ਸ਼ੁਭ ਸਮਾਚਾਰ ਲੈ ਕੇ ਆ ਰਿਹਾ ਹੈ ਜੋ ਸ਼ਾਂਤੀ ਅਤੇ ਮੁਕਤੀ ਦਾ ਸਮਾਚਾਰ ਹੈ। ਉਹ ਸਿਯੋਨ ਨੂੰ ਕਹਿੰਦਾ ਹੈ, ਪਰਮੇਸ਼ਰ ਤੇਰਾ ਰਾਜਾ ਹੈ। 7 ਤੱਕ ਪੜ੍ਹਨਾ ਸੀ? 12 ਤੱਕ। ਨਗਰ ਦੇ ਪਹਿਰੇਦਾਰ ਨਾਰੇ ਮਾਰ ਰਹੇ ਅਤੇ ਖੁਸ਼ੀ ਦੇ ਗੀਤ ਗਾ ਰਹੇ ਹਨ। ਉਹ ਪ੍ਰਭੂ ਦੀ ਸਿਯੋਨ ਵੱਲ ਵਾਪਸੀ ਨੂੰ ਆਪਣੀਆਂ ਅੱਖਾਂ ਨਾਲ ਦੇਖ ਸਕਦੇ ਹਨ। ਹੇ ਉਜੜੇ ਜਰੂਸਲਮ, ਤੂੰ ਖੁਸ਼ੀ ਦੇ ਨਾਰੇ ਮਾਰ। ਪ੍ਰਭੂ ਆਪਣੇ ਸ਼ਹਿਰ ਨੂੰ ਬਚਾਵੇਗਾ। ਉਹ ਆਪਣੇ ਲੋਕਾਂ ਨੂੰ ਤਸੱਲੀ ਦੇਵੇਗਾ। ਪ੍ਰਭੂ ਆਪਣੀ ਪਵਿੱਤਰ ਸ਼ਕਤੀ ਦੀ ਵਰਤੋਂ ਕਰੇਗਾ। ਉਹ ਆਪਣੇ ਲੋਕਾਂ ਨੂੰ ਮੁਕਤ ਕਰੇਗਾ ਅਤੇ ਸਾਰਾ ਸੰਸਾਰ ਇਹ ਹੁੰਦਾ ਦੇਖੇਗਾ। ਜਿਨ੍ਹਾਂ ਕੋਲ ਮੰਦਰ ਦਾ ਸਮਾਨ ਹੈ ਉਹ ਜ਼ਰੂਰ ਬਾਬਰ ਤੋਂ ਚਲੇ ਜਾਣ, ਪਰ ਧਿਆਨ ਰੱਖੋ ਕਿ ਤੁਸੀਂ ਕਿਸੇ ਅਸ਼ੁੱਧ ਚੀਜ਼ ਨੂੰ ਨਾ ਛੂਹੋ। ਤੁਸੀਂ ਆਪਣੇ ਆਪ ਨੂੰ ਸ਼ੁੱਧ ਰੱਖੋ ਅਤੇ ਇੱਥੋਂ ਚਲੇ ਜਾਓ। ਇਸ ਵਾਰ ਤੁਸੀਂ ਜਲਦੀ ਵਿੱਚ ਨਹੀਂ ਛੱਡੋਗੇ ਅਤੇ ਨਾ ਹੀ ਫਰਾਰ ਹੋਣ ਦੀ ਕੋਸ਼ਿਸ਼ ਕਰੋਗੇ, ਕਿਉਂਕਿ ਪ੍ਰਭੂ ਤੁਹਾਡਾ ਪਰਮੇਸ਼ਰ ਤੁਹਾਡੀ ਅਗਵਾਈ ਕਰੇਗਾ ਅਤੇ ਹਰ ਪਾਸੇ ਤੁਹਾਡਾ ਬਚਾਅ ਕਰੇਗਾ। ਆਮੀਨ।
ਅਤੇ ਹਰ ਪਾਸੇ ਤੋਂ ਤੁਹਾਡਾ ਬਚਾਅ ਕਰੇਗਾ। ਪ੍ਰਭੂ ਤੁਹਾਡਾ ਪਰਮੇਸ਼ਰ ਤੁਹਾਡੀ ਅਗਵਾਈ ਕਰ ਅਤੇ ਹਰ ਪਾਸੇ ਤੋਂ ਤੁਹਾਡਾ ਬਚਾਅ ਕਰੇਗਾ। ਬੰਦੀ ਕਰੇਗਾ। ਲੋਕ, ਹਾਂ ਬੰਦੀ ਲੋਕ ਆ, ਔਰ ਇਹ ਜਿਹੜੇ ਲੋਕ ਆ ਇਹ ਇੱਕ ਤਰ੍ਹਾਂ ਦੀ ਗੁਲਾਮੀ ਦੇ ਵਿੱਚ ਬੈਠੇ ਹੋ, ਔਰ ਉਹਨਾਂ ਨੂੰ ਪ੍ਰਭੂ ਕਹਿ ਰਿਹਾ ਕਿ ਮੈਂ ਇੱਕ ਬਹੁਤ ਵੱਡਾ ਕੰਮ ਕਰਨ ਜਾ ਰਹੀ ਹਾਂ, ਔਰ ਉਹ ਜਿਹੜਾ ਵੱਡਾ ਕੰਮ ਉਸਨੂੰ ਸਾਰਾ ਸੰਸਾਰ ਹੁੰਦਾ ਦੇਖੇਗਾ, ਔਰ ਸਾਰਾ ਸੰਸਾਰ ਇਹ ਦੇਖੇਗਾ ਔਰ ਕਹੇਗਾ ਕਿ ਮੈਂ ਪਰਮੇਸ਼ਵਰ, ਮੈਂ ਪਰਮੇਸ਼ਵਰ। ਉਹਨਾਂ ਚੀਜ਼ਾਂ ਨੂੰ ਅਸੀਂ ਦੁਬਾਰਾ ਦੇਖਾਂਗੇ। ਅਸੀਂ ਇੱਕ ਚੀਜ਼ ਅੱਗੇ ਹੋਰ ਦੇਖਦੇ ਪਏ। ਸੋ ਪ੍ਰਭੂ ਉਹ ਕੰਮ ਕਿੱਦਾਂ ਕਰੇਗਾ? That is the question when it comes to that. So ਆਓ ਇਸ ਨੂੰ ਇਸ ਦੀਆਂ ਤਿੰਨ ਆਇਤਾਂ ਜਿਹੜੀਆਂ ਰਹਿੰਦੀਆਂ ਉਹਨਾਂ ਨੂੰ ਖਤਮ ਕਰ। ਹਾਂਜੀ, ਮੈਂ ਪੜ੍ਹਦੀ ਹਾਂ ਪਾਸਟਰ ਜੀ। ਦੁਖੀ ਦਾਸ, ਪ੍ਰਭੂ ਕਹਿੰਦਾ ਹੈ ਮੇਰਾ ਦਾਸ ਆਪਣੇ ਕੰਮ ਵਿੱਚ ਸਫਲ ਹੋਵੇਗਾ, ਉਹ ਉੱਚਾ ਕੀਤਾ ਜਾਵੇਗਾ, ਆਤਮਹਾਨ ਹੋਵੇਗਾ। ਬਹੁਤ ਸਾਰੇ ਲੋਕ ਉਸ ਨੂੰ ਦੇਖ ਕੇ ਹੈਰਾਨ ਰਹਿ ਗਏ, ਕਿਉਂਕਿ ਉਸ ਦਾ ਰੂਪ ਇੰਨਾ ਵਿਗੜਿਆ ਹੋਇਆ ਸੀ ਕਿ ਉਹ ਉਸ ਨੂੰ ਮਾਨਵ ਕਹਿਣਾ ਵੀ ਕਠਿਨ ਸੀ। ਪਰ ਹੁਣ ਬਹੁਤ ਸਾਰੀਆਂ ਕੌਮਾਂ ਉਸ ਨੂੰ ਦੇਖ ਕੇ ਦੰਗ ਰਹਿ ਜਾਣਗੀਆਂ ਅਤੇ ਹੈਰਾਨੀ ਕਾਰਨ ਰਾਜਿਆਂ ਦੇ ਮੂੰਹ ਬੰਦ ਹੋ ਜਾਣਗੇ। ਉਹ ਇੱਕ ਇਹੋ ਜਿਹੀ ਚੀਜ਼ ਦੇਖਣਗੇ ਅਤੇ ਸਮਝਣਗੇ ਜਿਸ ਨੂੰ ਉਹਨਾਂ ਨੇ ਪਹਿਲਾਂ ਨਹੀਂ ਦੇਖਿਆ ਸੀ ਅਤੇ ਨਾ ਹੀ ਉਸ ਬਾਰੇ ਸੁਣਿਆ ਸੀ। ਆਮੀਨ। ਸੋ ਪ੍ਰਭੂ ਨੇ ਦੋ ਚੀਜ਼ਾਂ ਇੱਥੇ ਕਹੀਆਂ ਕਿ ਤੁਹਾਡਾ ਮੁਕਤੀਦਾਤਾ ਆ ਰਿਹਾ, ਤੁਸੀਂ ਮੈਨੂੰ ਤੁਹਾਡੀ ਫਿਕਰ, ਔਰ ਮੈਂ ਤੁਹਾਨੂੰ ਜਿਸ ਤਰੀਕੇ ਦੇ ਨਾਲ ਲੈ ਕੇ ਆਉਂਗਾ ਤੁਸੀਂ ਉਹ ਤਰੀਕਾ ਵੀ ਮੇਰਾ ਦੇਖਿਓ, ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਮੁਕਤ ਕਰੂੰਗਾ ਮੇਰੀ ਮੁਕਤੀ ਨੂੰ ਵੀ ਦੇਖਿਓ। ਔਰ ਪ੍ਰਭੂ ਨੇ ਉਹ ਸਾਰੀਆਂ ਚੀਜ਼ਾਂ ਦੱਸੀਆਂ ਇੱਥੇ ਕਿ ਮੈਂ ਕੀ ਕਰੂੰਗਾ। ਹੁਣ ਪ੍ਰਭੂ ਸਾਨੂੰ ਉਸ ਦੇ ਦਰਸ਼ਨ ਕਰਵਾਏਗਾ। ਇਸ ਨੂੰ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ, ਇਹ ਮਸੀਹ ਦੇ ਜਨਮ ਤੋਂ 700 ਸਾਲ ਪਹਿਲਾਂ ਲਿਖੀਆਂ ਚੀਜ਼ਾਂ ਆ। ਯਿਸੂ ਮਸੀਹ ਦੇ ਜਨਮ ਤੋਂ 700 ਸਾਲ ਪਹਿਲਾਂ ਲਿਖੀਆਂ ਇਹ ਚੀਜ਼ਾਂ ਜਿਹੜੀਆਂ ਸਾਨੂੰ ਦਿੱਤੀਆਂ ਗਈਆਂ, ਜਿਹੜੀ ਭਵਿੱਖਬਾਣੀ ਇੱਥੇ ਹੋ ਰਹੀ। ਸੋ ਅਸੀਂ ਸਾਡੀ ਜਿਹੜੀ ਸਾਡੀ ਅਸੀਂ ਬਹੁਤ ਜਲਦੀ ਪ੍ਰਭੂ ਦੇ ਗਿਫਟਾਂ ਨੂੰ ਲੈ ਕੇ, ਪ੍ਰਭੂ ਦੇ ਹਥਿਆਰਾਂ ਨੂੰ ਲੈ ਕੇ ਅਸੀਂ ਜਿੱਦਾਂ ਕਿ ਬੇਸਿਕਲੀ ਆਤਮਕ ਬਹਿਸ ਦੇ ਵਿੱਚ ਪੈ ਜਾਂਦੇ। ਪਰ ਜਿਹੜੀ ਦੇਖਣ ਵਾਲੀ ਚੀਜ਼ ਆ ਕਿ ਜਿਸਨੇ ਦਿੱਤੇ ਆ ਉਹ ਕੌਣ ਆ, ਔਰ ਜਿਸਨੇ ਦਿੱਤੇ ਆ ਉਸਨੇ ਕਿਸ ਤਰ੍ਹਾਂ ਦਿੱਤੇ, ਕਿਉਂ ਦਿੱਤੇ, ਉਹ ਹਥਿਆਰ ਸਾਨੂੰ ਕਿਉਂ ਪ੍ਰਭੂ ਨੇ ਦਿੱਤੇ ਆ। ਸਾਡੀ ਰਾਖੀ ਦੇ ਲਈ ਜੋ ਕੁਛ ਦਿੱਤਾ, ਸਾਡਿਆਂ ਦੀ ਰਾਖੀ ਦੇ ਲਈ ਜੋ ਕੁਛ ਦਿੱਤਾ, ਪਰਿਵਾਰ ਜੋ ਮਸੀਹੀ ਪਰਿਵਾਰ ਆ ਅਸੀਂ ਵੱਡਾ, ਇੱਕ ਦੂਸਰੇ ਦਾ ਸਹਾਰਾ ਬਣਦੇ ਆ, ਇੱਕ ਦੂਸਰੇ ਦੇ ਨਾਲ ਖੜੇ ਹੁੰਦੇ ਆ, ਉਹਨਾਂ ਦੇ ਕਾਰਨ ਉਹ ਸਾਰੀਆਂ ਸਾਡੀਆਂ ਚੀਜ਼ਾਂ ਦਿੱਤੀਆਂ ਗਈਆਂ। ਇਸਨੂੰ ਦੇਣ ਵਾਲਾ ਕੌਣ, ਉਹ ਦੇਣ ਵਾਲਾ ਕੌਣ? ਆਓ ਉਸ ਦੇ ਬਾਰੇ ਪੜ੍ਹੀਏ। ਅਸੀਂ 53 ਚੈਪਟਰ ਹੁਣ ਇਸ ਨੂੰ ਜਾਰੀ ਰੱਖਾਂਗੇ, ਕਿਉਂਕਿ 52 ਤੋਂ ਬਾਅਦ 53 ਚੈਪਟਰ ਹੁੰਦਾ। 52 ਅਸੀਂ ਦੇਖ ਲਿਆ, ਹੁਣ 53 ਚੈਪਟਰ ਦੇਖਾਂਗੇ। ਔਰ ਆਓ ਅਸੀਂ ਇਸ ਦੀਆਂ 12 ਆਇਤਾਂ ਆ ਮੇਰੇ ਖਿਆਲ, ਹਾਂ 12 ਆਇਤਾਂ, ਜਿਸ ਨੂੰ ਮਿਲ ਜਾਏ ਉਸ ਨੂੰ ਪੜ੍ਹਦੇ। ਮੈਂ ਪੜ੍ਹ ਦੇਣਾ ਪਾਸਟਰ ਜੀ। ਗੋ ਅਹੈਡ ਮੇਰਾ। ਸਾਰਿਆਂ ਨੂੰ ਪਹਿਲਾਂ ਜੈ ਮਸੀਹ ਦੀ। ਲੋਕਾਂ ਨੇ ਉੱਤਰ ਦਿੱਤਾ, ਕੌਣ ਸਾਡੇ ਇਸ ਪ੍ਰਚਾਰ ਉੱਤੇ ਵਿਸ਼ਵਾਸ ਕਰੇਗਾ? ਕੌਣ ਪ੍ਰਭੂ ਦੇ ਹੱਥ ਨੂੰ ਇਸ ਵਿੱਚ ਦੇਖ ਸਕਦਾ ਹੈ? ਪ੍ਰਭੂ ਦੀ ਇਹੋ ਇੱਛਾ ਸੀ ਕਿ ਉਸ ਦਾ ਦਾਸ ਉਸ ਪੌਦੇ ਦੀ ਤਰ੍ਹਾਂ ਵਧੇ ਜਿਸ ਦੀਆਂ ਜੜ੍ਹਾਂ ਸੁੱਕੀ ਧਰਤੀ ਵਿੱਚ ਹੋਣ। ਉਸ ਦਾ ਨਾ ਕੋਈ ਰੂਪ ਸੀ ਅਤੇ ਨਾ ਹੀ ਸੁੰਦਰਤਾ ਜਿਸ ਕਾਰਨ ਅਸੀਂ ਉਸ ਵੱਲ ਦੇਖੀਏ, ਨਾ ਹੀ ਉਸ ਵਿੱਚ ਕੋਈ ਖਿੱਚ ਸੀ ਕਿ ਅਸੀਂ ਉਸ ਕੋਲ ਜਾਈਏ। ਅਸੀਂ ਉਸ ਦੀ ਨਿੰਦਾ ਕੀਤੀ ਅਤੇ ਉਸ ਨੂੰ ਰੱਦ ਦਿੱਤਾ। ਉਸ ਵੱਲ ਕਿਸੇ ਨੇ ਦੇਖਿਆ ਤੱਕ ਨਾ, ਉਸ ਦਾ ਅਸੀਂ ਕੁਝ ਮੁੱਲ ਨਾ ਪਾਇਆ, ਇਸ ਲਈ ਉਸ ਨੂੰ ਬੇਧਿਆਨ ਕਰ ਦਿੱਤਾ। ਸੱਚਮੁੱਚ ਉਸ ਨੇ ਸਾਡੇ ਗਮ ਲੈ ਲਏ ਅਤੇ ਸਾਡੀ ਥਾਂ ਸਾਰੇ ਦੁੱਖ ਸਹੇ। ਪਰ ਫਿਰ ਵੀ ਅਸੀਂ ਉਸ ਨੂੰ ਤੁੱਛ ਸਮਝਿਆ ਅਤੇ ਸਮਝਿਆ ਕਿ ਪਰਮੇਸ਼ਰ ਨੇ ਉਸ ਨੂੰ ਸਜ਼ਾ ਦਿੱਤੀ ਹੈ। ਸੋ ਉਹ ਸਾਡੇ ਪਾਪਾਂ ਕਾਰਨ ਜ਼ਖਮੀ ਹੋਇਆ ਅਤੇ ਸਾਡੇ ਅਪਰਾਧਾਂ ਦੀ ਮਾਰ ਉਸਨੇ ਖਾਧੀ।
ਪਰ ਉਹਦੇ ਸਜ਼ਾ ਸਹਿਣ ਕਾਰਨ ਅਸੀਂ ਚੰਗੇ ਕੀਤੇ ਗਏ ਅਤੇ ਉਸਦੇ ਮਾਰ ਖਾਣ ਨਾਲ ਅਸੀਂ ਨਿਰੋਏ ਕੀਤੇ ਗਏ। ਅਸੀਂ ਸਭ ਦੇ ਸਭ ਭੇਡਾਂ ਦੇ ਵਾਂਗ ਗੁਆਚ ਗਏ ਸੀ ਅਤੇ ਸਾਡੇ ਵਿੱਚੋਂ ਹਰ ਇੱਕ ਨੇ ਆਪਣਾ ਰਾਹ ਲਿਆ। ਪਰ ਪ੍ਰਭੂ ਨੇ ਉਸ ਨੂੰ ਸਜ਼ਾ ਦਿੱਤੀ, ਉਹ ਸਜ਼ਾ ਜੋ ਸਾਨੂੰ ਸਭ ਨੂੰ ਸਹਿਣੀ ਪੈਣੀ ਸੀ। ਉਹ ਸਤਾਇਆ ਤੇ ਦੁਖੀ ਕੀਤਾ ਗਿਆ, ਪਰ ਉਸਨੇ ਆਪਣੇ ਮੂੰਹੋਂ ਇੱਕ ਵੀ ਸ਼ਬਦ ਨਾ ਕੱਢਿਆ। ਜਿਸ ਤਰ੍ਹਾਂ ਲੇਲਾ ਵੱਢੇ ਜਾਣ ਦੇ ਸਮੇਂ ਚੁੱਪ ਰਹਿੰਦਾ ਹੈ ਅਤੇ ਭੇਡ ਉਹਨੂੰ ਕਤਰਨ ਦੇ ਸਮੇਂ ਮੂੰਹ ਬੰਦ ਰੱਖਦੀ ਹੈ, ਉਸੇ ਤਰ੍ਹਾਂ ਉਸਨੇ ਵੀ ਮੂੰਹ ਬੰਦ ਰੱਖਿਆ। ਉਸ ਉੱਤੇ ਅਤਿਆਚਾਰ ਹੋਇਆ ਅਤੇ ਉਸ ਨੂੰ ਮੌਤ ਦੀ ਸਜ਼ਾ ਦੇ ਕੇ ਲੈ ਜਾਇਆ ਗਿਆ, ਪਰ ਕਿਸੇ ਨੇ ਵੀ ਨਾ ਸੋਚਿਆ ਤੇ ਧਿਆਨ ਦਿੱਤਾ ਕਿ ਉਹ ਸਾਡੇ ਲੋਕਾਂ ਦੇ ਪਾਪਾਂ ਦੀ ਸਜ਼ਾ ਭੋਗ ਰਿਹਾ ਹੈ। ਉਸ ਦੀ ਕਬਰ ਦੁਸ਼ਟਾਂ ਦੇ ਨਾਲ ਰੱਖੀ ਗਈ ਅਤੇ ਉਹ ਅਮੀਰ ਦੀ ਕਬਰ ਵਿੱਚ ਦਫਨਾਇਆ ਗਿਆ, ਪਰ ਉਸਨੇ ਨਾ ਤਾਂ ਕੋਈ ਅਪਰਾਧ ਕੀਤਾ ਸੀ ਅਤੇ ਨਾ ਹੀ ਕੋਈ ਝੂਠ ਬੋਲਿਆ ਸੀ। ਪ੍ਰਭੂ ਕਹਿੰਦਾ ਹੈ, ਮੇਰੀ ਇਹੋ ਇੱਛਾ ਸੀ ਕਿ ਉਹ ਦੁੱਖ ਸਹੇ ਅਤੇ ਉਸ ਦੀ ਮੌਤ ਪਾਪਾਂ ਤੋਂ ਮਾਫੀ ਲਈ ਭਲੀ ਸੀ। ਉਹ ਆਪਣਾ ਵੰਸ਼ ਦੇਖੇਗਾ ਤੇ ਲੰਮੀ ਉਮਰ ਭੋਗੇਗਾ ਅਤੇ ਉਸ ਦੁਆਰਾ ਮੇਰਾ ਉਪਦੇਸ਼ ਪੂਰਾ ਹੋਵੇਗਾ। ਪਰ ਦੁੱਖ ਭੋਗਣ ਦੇ ਪਿੱਛੋਂ ਉਸ ਨੂੰ ਫਿਰ ਆਨੰਦ ਮਿਲੇਗਾ ਅਤੇ ਉਹ ਜਾਣ ਜਾਵੇਗਾ ਕਿ ਉਸ ਨੇ ਵਿਅਰਥ ਦੁੱਖ ਨਹੀਂ ਭੋਗਿਆ ਹੈ। ਮੇਰਾ ਭਲਾ ਦਾਸ ਜਿਸ ਤੋਂ ਮੈਂ ਖੁਸ਼ ਹਾਂ, ਅਣਗਿਣਤ ਲੋਕਾਂ ਦੀ ਥਾਂ ਸਜ਼ਾ ਭੋਗੇਗਾ ਅਤੇ ਉਸ ਦੇ ਕਾਰਨ ਮੈਂ ਉਹਨਾਂ ਨੂੰ ਮਾਫ ਕਰਾਂਗਾ। ਇਸ ਲਈ ਮੈਂ ਉਸ ਨੂੰ ਇੱਕ ਆਦਰ ਵਾਲੀ ਥਾਂ ਸ਼ਕਤੀਸ਼ਾਲੀ ਅਤੇ ਆਦਰ ਵਾਲੇ ਮਨੁੱਖਾਂ ਵਿੱਚ ਦੇਵਾਂਗਾ। ਉਸਨੇ ਖੁਸ਼ੀ-ਖੁਸ਼ੀ ਆਪਣੀ ਜਾਨ ਦਿੱਤੀ ਅਤੇ ਦੁਸ਼ਟਾਂ ਦੇ ਜੀਵਨ ਦਾ ਭਾਗੀ ਬਣਿਆ। ਉਸਨੇ ਅਣਗਿਣਤ ਪਾਪੀਆਂ ਦੀ ਥਾਂ ਲਈ ਅਤੇ ਉਹਨਾਂ ਦੀ ਮਾਫੀ ਪ੍ਰਾਪਤ ਲਈ ਪ੍ਰਾਰਥਨਾ ਕੀਤੀ। ਪੜ੍ਹੇ ਸੁਣੇ ਜਾਣ ਦੇ ਸ਼ੀਸ਼ ਵਰਕ ਮਾਫੀ ਪ੍ਰਾਪਤੀ ਦੇ ਲਈ ਦੁਆ ਕੀਤੀ। ਜਿਸੇ ਕਿਸ ਦੇ ਗਿਫਟ ਆ ਜਿਹੜੇ ਸਾਨੂੰ ਮਿਲਦੇ? ਕੌਣ ਦਿੰਦਾ? ਸਾਨੂੰ ਸਜ਼ਾ ਮਿਲਣੀ ਚਾਹੀਦੀ ਸੀ, ਸਾਨੂੰ ਪ੍ਰਭੂ ਹਥਿਆਰ ਦੇ ਰਿਹਾ, ਸਾਨੂੰ ਪ੍ਰਭੂ ਗਿਫਟ ਦੇ ਰਿਹਾ। ਕਿਸ ਦੇ ਕਾਰਨ? ਯਿਸੂ ਦੇ ਕਾਰਨ। ਯਿਸੂ ਦੇ ਕਾਰਨ। ਕਿਉਂਕਿ ਇਸ ਤੋਂ ਪਹਿਲਾਂ ਕਿਸੇ ਨੇ ਇਹ ਚੀਜ਼ ਨਹੀਂ ਦੇਖੀ, ਨਬੀ ਇਸ ਤੋਂ ਪਹਿਲਾਂ ਵੀ ਆਇਆ, ਕਿਸੇ ਨੇ ਇਹ ਚੀਜ਼ ਨਹੀਂ ਦੇਖੀ। ਕਿਸੇ ਇੱਕ ਨੂੰ ਦੀ ਖਾਤਰ ਦੇ ਨਾਲ ਕੌਮ ਦੀ ਮੁਕਤੀ ਔਰ ਸਾਰੇ ਜਗ ਦੀ ਮੁਕਤੀ ਹੁੰਦੀ ਪਈ। ਲੇਕਿਨ ਇੱਥੇ ਜੋ ਪ੍ਰਭੂ ਦਾ ਬੰਦਾ ਦੇਖ ਰਿਹਾ, ਜੋ ਪ੍ਰਭੂ ਉਸ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜੋ ਹੋ ਰਿਹਾ ਉਸ ਨੂੰ ਦਿਖਾ ਰਿਹਾ ਔਰ ਇਹਨਾਂ ਚੀਜ਼ਾਂ ਨੂੰ ਉਹ ਲਿਖਦਾ ਪਿਆ, ਤਾਂ ਉਸ ਨੂੰ ਮਸੀਹ ਦੇ ਦਰਸ਼ਨ ਪ੍ਰਭੂ ਨੇ ਕਰਾਏ। ਕਿਉਂਕਿ ਇਹੋ ਹੀ ਇੱਕ ਨਬੀ ਸੀ ਜਿਹੜਾ ਪ੍ਰਭੂ ਦੀ ਮੁਕਤੀ ਦੀ ਸਭ ਤੋਂ ਜ਼ਿਆਦਾ ਜਿਹੜੀ ਗੱਲ ਕਰਦਾ ਨਾ, ਉਹ ਇਹੀ ਨਬੀ ਕਰ ਸੈਲਵੇਸ਼ਨ, ਕਿ ਕੌਣ ਸਾਨੂੰ ਬਚਾਏਗਾ। ਔਰ ਇਹ ਸਾਨੂੰ ਸਿਰਫ ਯਸਾਇਆ ਨਬੀ ਦੀ ਪੋਥੀ ਦੇ ਵਿੱਚ ਇਹਨਾਂ ਚੀਜ਼ਾਂ ਬਾਰੇ ਬਹੁਤ ਕੁਝ ਪ੍ਰਾਪਤ ਔਰ ਇਸ ਕਰਕੇ ਉਹ ਕਹਿ ਰਿਹਾ ਕਿ ਇਹਦੀ ਖਾਤਰ ਮੈਂ ਕੁਛ ਕਰੂੰਗਾ, ਆਪਣੇ ਇਸ ਭਲੇ ਦਾਸ ਦੀ ਖਾਤਰ ਮੈਂ ਕੁਛ ਕਰੂੰਗਾ। ਕਿ ਉਸਨੇ ਦਾਸ ਦਾ ਰੂਪ ਧਾਰ ਲਿਆ ਔਰ ਉਹ ਆਇਆ, ਔਰ ਜਿੰਨੀ ਦੇਰ ਤੱਕ ਉਹ ਧਰਤੀ ਦੇ ਉੱਤੇ ਰਿਹਾ ਉਸ ਨੂੰ ਕੋਈ ਛੂ ਨਹੀਂ ਸਕਿਆ, ਜਦ ਤੱਕ ਕਿ ਉਸਨੇ ਆਪਣੇ ਆਪ ਨੂੰ ਉਹਨਾਂ ਦੇ ਹਵਾਲੇ ਕਰ ਨਹੀਂ ਦਿੱਤਾ। ਜਦ ਤੱਕ ਉਸਨੇ ਉਹ ਪਿਆਲਾ ਨਹੀਂ ਪੀ ਲਿਆ ਜਿਹੜਾ ਸਾਡੇ ਲਈ ਸੀ, ਉਨੀ ਦੇਰ ਤੱਕ ਪ੍ਰਭੂ ਯਿਸੂ ਮਸੀਹ ਨੂੰ ਕੋਈ ਛੂ ਨਹੀਂ ਸਕਿਆ, ਚਾਹੇ ਉਹ ਬੱਚਾ ਸੀ ਤੇ ਚਾਹੇ ਉਹ ਵੱਡਾ ਸੀ। ਉੱਥੇ ਬਾਰ-ਬਾਰ ਲਿਖਿਆ ਜਾਂਦਾ ਕਿ ਉਹਨਾਂ ਨੇ ਉਸ ਨੂੰ ਮਾਰਨ ਦੇ ਲਈ ਪੱਥਰ ਚੁੱਕੇ, ਪਰ ਉਸ ਦਾ ਟਾਈਮ ਹਾਲੇ ਤੱਕ ਨਹੀਂ ਆਇਆ ਸੀ। ਪਰ ਜਦ ਪ੍ਰਭੂ ਦਾ ਟਾਈਮ ਆਇਆ ਤੇ ਉਸਨੇ ਸਾਨੂੰ ਇੱਕ ਪਿਆਲਾ ਦਿੱਤਾ ਤੇ ਇੱਕ ਪਿਆਲਾ ਉਸਨੇ ਪੀਤਾ। ਜਿਹੜਾ ਸਾਨੂੰ ਪਿਆਲਾ ਦਿੱਤਾ, ਉਹ ਪਿਆਲਾ ਵੀ ਇਸ ਨਬੀ ਨੂੰ ਦਿਖਾਇਆ ਗਿਆ। ਔਰ ਆਓ ਅਸੀਂ ਉਸ ਪਿਆਲੇ ਨੂੰ ਦੇਖੀਏ। ਮੇਰੇ ਨਾਲ ਯਸਾਇਆ ਨਬੀ ਦੇ 25ਵੇਂ ਭਾਗ ਦੇ ਵਿੱਚ ਦੇਖੋ ਕਿ ਕਿਸ ਤਰ੍ਹਾਂ ਪ੍ਰਭੂ ਦਾ ਭੋਜ ਵੀ ਇਸ ਬੰਦੇ ਨੂੰ ਦਿਖਾਇਆ ਗਿਆ। ਔਰ
बड़ी प्यारे हिस्से है ये। ਇਹਦਾ 25ਵਾਂ ਯਸਾਇਆ ਨਬੀ ਦਾ 25ਵਾਂ ਭਾਵ। ਇਸ ਦੀਆਂ ਕੋਈ ਜਣਾ ਪਹਿਲਾਂ ਪੜ੍ਹੇ 5 ਆਇਤਾਂ, ਫਿਰ 6 ਤੋਂ 9 ਅਸੀਂ ਪੜ੍ਹਾਂਗੇ। मैं पढ़ दें बस जी। ਸਫਾ 1063। हाँ जी, मैं महिमा दा गीत। प्रभु तू हाँ जी 1063 ਪੰਨਾ ਮੈਂ ਪੰਨਾ ਲੱਭਦੇ ਪਏ हाँ जी 1063। हाँ जी 1063। महिमा दा गीत। प्रभु तू मेरा परमेश्वर है, मैं तेरा आदर करांगा ते तेरे नां दी महिमा करांगा। तू अद्भुत काम कीते ਹਨ, तू ईमानदारी नाल अपनी योजनावां ਨੂੰ पूरा ਕੀਤਾ है जो तू प्राचीन काल ਤੋਂ ਬਣਾਈਆਂ ਸਨ। तू ਨਗਰਾਂ ਨੂੰ ਮਿੱਟੀ ਦੇ ਢੇਰਾਂ ਵਿੱਚ ਬਦਲ ਦਿੱਤਾ ਤੇ ਉਹਨਾਂ ਦੀ ਚਾਰ ਦੀਵਾਰੀਆਂ ਨੂੰ ਢਾ ਦਿੱਤਾ ਤੇ ਸਾਡੇ ਵੈਰੀਆਂ ਦੁਆਰਾ ਬਣਾਏ ਗਏ ਮਹਿਲ ਹਮੇਸ਼ਾ ਦੇ ਲਈ ਨਾਸ਼ ਹੋ ਗਏ ਹਨ। ਸ਼ਕਤੀਸ਼ਾਲੀ ਕੌਮ ਦੇ ਲੋਕ ਤੇਰੀ ਮਹਿਮਾ ਕਰਨਗੇ ਤੇ ਅਤਿਆਚਾਰੀ ਕੌਮਾਂ ਦੇ ਸ਼ਹਿਰਾਂ ਵਿੱਚ ਤੇਰਾ ਡਰ ਹੋਵੇਗਾ। ਤੂੰ ਗਰੀਬਾਂ ਦਾ ਸਹਾਰਾ ਰਿਹਾ ਅਤੇ ਤੂੰ ਲੋੜਵੰਦ ਦੀ ਉਮੀਦ ਰਿਹਾ ਹੈ। ਤੂੰ ਤੂਫਾਨ ਸਮੇਂ ਉਹਨਾਂ ਦੀ ਰੱਖਿਆ ਕੀਤੀ ਤੇ ਗਰਮੀ ਵਿੱਚ ਉਹਨਾਂ ਉੱਤੇ ਛਾਂ ਕੀਤੀ ਹੈ। ਅਤਿਆਚਾਰ ਮਨੁੱਖ ਸਰਦੀ ਦੇ ਮੌਸਮ ਦੇ ਤੂਫਾਨ ਵਾਂਗ ਅਤੇ ਉਹ ਸੁੱਕੀ ਧਰਤੀ ਉੱਤੇ ਸੋਕੇ ਵਾਂਗ ਹੈ। ਪਰ ਪ੍ਰਭੂ ਤੂੰ ਸਾਡੇ ਵੈਰੀਆਂ ਦੇ ਮੂੰਹ ਬੰਦ ਕੀਤੇ ਹਨ ਤੇ ਅਤਿਆਚਾਰੀ ਦੀ ਗਰਜ ਨੂੰ ਉਸੇ ਤਰ੍ਹਾਂ ਠੰਡਾ ਕੀਤਾ ਹੈ ਜਿਸ ਤਰ੍ਹਾਂ ਬੱਦਲ ਗਰਮ ਦਿਨਾਂ ਨੂੰ ਠੰਡਾ ਕਰਦਾ ਹੈ। ਆਮੀਨ। ਇੱਥੇ ਪੜ੍ਹਨਾ ਬਸ। ਸੋ ਇੱਥੇ ਹਾਂ ਅੱਗੇ ਵੀ ਤੁਸੀਂ ਪੜ੍ਹਦੇ, ਅਗਲੀਆਂ 3 ਆਇਤਾਂ ਵੀ ਪੜ੍ਹਨੀਆਂ ਤੁਸੀਂ ਪੜ੍ਹਦੇ ਹੋ। ਇੱਥੇ ਜਿਹੜੀ ਅਸੀਂ ਇਹ ਦੇਖਦੇ ਪਏ ਕਿ ਪ੍ਰਭੂ ਨੇ ਆਪਣੀਆਂ ਯੋਜਨਾਵਾਂ ਨੂੰ ਪੂਰਾ ਕੀਤਾ ਔਰ ਇਸ ਦੇ ਲਈ ਉਹ ਪ੍ਰਭੂ ਦੀ ਸ਼ੁਕਰਗੁਜ਼ਾਰੀ ਕਰਦਾ ਪਿਆ। ਕਿਉਂ? ਕਿਉਂਕਿ ਪ੍ਰਭੂ ਉਸ ਨੂੰ ਇੱਕ ਆਉਣ ਵਾਲਾ ਸਮਾਂ ਦਿਖਾ ਰਿਹਾ ਕਿ ਮੈਂ ਕੀ ਕਰੂੰਗਾ, ਮੈਂ ਕੀ ਕਰੂੰਗਾ। ਔਰ ਇੱਥੇ ਜਿਹੜਾ ਪ੍ਰਭੂ ਨੇ ਭੋਜ ਤਿਆਰ ਕੀਤਾ, ਜੋ ਪ੍ਰਭੂ ਨੇ ਸਾਨੂੰ ਦਿੱਤਾ, ਉਸ ਦਾ ਇੱਥੇ ਉਸਨੇ 3 ਆਇਤਾਂ ਦੇ ਵਿੱਚ ਜ਼ਿਕਰ ਕੀਤਾ। 4 ਆਇਤਾਂ ਸੌਰੀ 6 7 8 9 ਔਰ ਸਿਸਟਰ ਦੀ ਗਾਂ ਪੜ੍ਹਦੇ ਹੋਏ ਤੁਸੀਂ। ਪਰਮੇਸ਼ਰ ਭੋਜ ਦੀ ਤਿਆਰੀ ਕਰਦਾ ਹੈ। ਸਿਯੋਨ ਪਹਾੜ ਉੱਤੇ ਸਰਵ ਸ਼ਕਤੀਮਾਨ ਪ੍ਰਭੂ ਸੰਸਾਰ ਦੀਆਂ ਕੌਮਾਂ ਲਈ ਭੋਜ ਤਿਆਰ ਕਰੇਗਾ। ਉਹ ਭੋਜ ਸਵਾਦੀ ਭੋਜਨ ਅਤੇ ਸਭ ਤੋਂ ਚੰਗੀ ਦਾਖਸਰ ਦਾ ਹੋਵੇਗਾ। ਇੱਥੇ ਉਹ ਅਚਾਨਕ ਸਭ ਕੌਮਾਂ ਉੱਤੇ ਹੋਏ ਦੁੱਖ ਦੇ ਬੱਦਲ ਨੂੰ ਦੂਰ ਕਰੇਗਾ। ਸਰਵ ਸ਼ਕਤੀਮਾਨ ਪ੍ਰਭੂ ਆਪ ਮੌਤ ਦਾ ਨਾਸ਼ ਕਰੇਗਾ। ਉਹ ਸਭ ਦੀਆਂ ਅੱਖਾਂ ਦੇ ਅਥਰੂ ਪੁੰਝੇਗਾ ਅਤੇ ਉਸ ਅਪਮਾਨ ਨੂੰ ਦੂਰ ਕਰੇਗਾ ਜੋ ਉਸਦੇ ਲੋਕ ਸੰਸਾਰ ਭਰ ਵਿੱਚ ਸਹਿ ਰਹੇ ਹਨ। ਇਹ ਪ੍ਰਭੂ ਦਾ ਆਪਣਾ ਕਿਹਾ ਬਚਨ ਹੈ। ਜਦੋਂ ਇਹ ਵਾਪਰੇਗਾ ਤਾਂ ਹਰ ਕੋਈ ਕਹੇਗਾ ਉਹ ਸਾਡਾ ਪਰਮੇਸ਼ਰ ਹੈ। ਅਸੀਂ ਆਪਣਾ ਭਰੋਸਾ ਉਸ ਉੱਤੇ ਰੱਖਿਆ ਹੈ ਅਤੇ ਉਸਨੇ ਸਾਡਾ ਬਚਾਅ ਕੀਤਾ ਹੈ। ਉਹ ਹੀ ਪ੍ਰਭੂ ਹੈ। ਅਸੀਂ ਆਪਣਾ ਭਰੋਸਾ ਉਸ ਉੱਤੇ ਰੱਖਿਆ ਹੈ ਤੇ ਹੁਣ ਅਸੀਂ ਖੁਸ਼ ਹਾਂ ਕਿਉਂਕਿ ਉਸਨੇ ਸਾਡਾ ਬਚਾਅ ਕੀਤਾ ਹੈ। ਆਮੀਨ। ਨੇ ਸਾਡਾ ਬਚਾਅ ਕੀਤਾ ਹੈ। ਕਿੰਨਾ ਇਸ ਭੋਜ ਦੇ ਵਿੱਚ ਜਿਸ ਦੀ ਉਹ ਗੱਲ ਕਰਦਾ ਔਰ ਇਹ ਕੌਮ ਦੇ ਲਈ ਨਹੀਂ, ਇਹ ਕੌਮਾਂ ਦੇ ਲਈ, ਇਹ ਸਭ ਦੇ ਲਈ। ਤੇ ਕਿਸ ਤਰ੍ਹਾਂ ਪ੍ਰਭੂ ਉਹਨਾਂ ਸਭ ਤੋਂ ਪਹਿਲਾਂ ਮੌਤ ਦਾ ਨਾਸ਼ ਕਰੇਗਾ। ਉਹ ਭੋਜ ਜਿਸ ਲਈ ਦਏਗਾ ਤੇ ਉਹ ਮੌਤ ਦਾ ਨਾਸ਼ ਕਰੇਗਾ, ਉਹਨਾਂ ਦੀਆਂ ਅੱਖਾਂ ਦੇ ਅੰਥਰੂ ਪੁੰਝੇਗਾ, ਉਹਨਾਂ ਦੇ ਅਪਮਾਨ ਨੂੰ ਦੂਰ ਕਰੇਗਾ ਔਰ ਜੋ ਸਾਰਾ ਸੰਸਾਰ ਸਹਿ ਰਿਹਾ। और फिर वो कहेंगे हे प्रभु तू साडा परमेश्वर, तू साडा परमेश्वर। What a beautiful verses। कितने प्यारे प्यारे हिस्से ਜਿਹੜੇ ਪ੍ਰਭੂ ਨੇ ਸਾਨੂੰ ਦਿੱਤੇ ਔਰ ਇਹ ਸਾਰੀਆਂ ਚੀਜ਼ਾਂ ਕਰਕੇ ਤਾਂ ਫਿਰ ਪ੍ਰਭੂ ਨੇ ਸਾਨੂੰ ਕੁਛ ਦਿੱਤਾ ਹੈ ਜਿਹੜੇ ਹਰ ਇੱਕ ਦੇ ਕੋਲ ਪ੍ਰਭੂ ਦੀ ਮੁਕਤੀ ਆ, ਪ੍ਰਭੂ ਦਾ ਗਿਫਟ ਆ, ਪ੍ਰਭੂ ਦੇ ਦਿੱਤੇ ਹੋਏ ਹਥਿਆਰ ਜੋ ਉਸਨੇ ਦਿੱਤੇ ਆ, ਇਹ ਉਸਦੇ ਆ ਜੋ ਉਹ ਨਾਲ ਲੈ ਕੇ ਆਇਆ ਸੀ। ਔਰ ਜਿਸ ਲਈ ਉਸਨੇ ਸਾਨੂੰ ਭੋਜ ਦਿੱਤਾ ਤੇ ਉਹ ਉਸਨੇ ਸਾਨੂੰ ਦੇ ਦਿੱਤੇ ਆ। ਔਰ ਜਿਹੜੀ ਸਾਡੀ ਜ਼ਹਿਰ ਸੀ ਉਹ ਉਸਨੇ ਪੀਤੀ ਔਰ ਸਲੀਬ ਤੇ ਉਸਦੀ ਮੌਤ ਹੋਈ ਆ ਔਰ ਕਬਰ ਤੇ ਉਸਨੇ ਮੌਤ ਨੂੰ ਫਤਿਹ ਕੀਤਾ। ਮੌਤ ਨੂੰ ਮੌਤ ਉਸਨੇ ਦਿੱਤੀ।
ਔਰ ਫਿਰ ਇਹ ਸਾਰੀਆਂ ਚੀਜ਼ਾਂ ਸਾਨੂੰ ਮਿਲੀਆਂ ਜਿਨ੍ਹਾਂ ਨੂੰ ਅਸੀਂ ਦੇਖਦੇ ਹਾਂ। ਸੋ ਇਹਨਾਂ ਚੀਜ਼ਾਂ ਨੂੰ ਅਸੀਂ ਇੰਨੇ ਹੌਲੇ ਜਿਹੇ ਨਹੀਂ ਦੇਖ ਸਕਦੇ। ਇਸ ਕਰਕੇ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਜਾਂਦੇ ਹਾਂ, ਪ੍ਰਭੂ ਦੇ ਵਚਨ ਦੇ ਵਿੱਚੋਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹਾਂ। ਲੋਕ ਇਹਨਾਂ ਚੀਜ਼ਾਂ ਦਾ ਇੰਤਜ਼ਾਰ ਕਰਦੇ ਪਏ ਸੀ ਜਿਹੜੇ ਯਸਾਇਆ ਨਬੀ ਨੇ ਸਭ ਕੁਝ ਦਿੱਤਾ ਉਹਨਾਂ ਨੂੰ ਕਿ ਪ੍ਰਭੂ ਨੇ ਮੈਨੂੰ ਆਹ ਦਿਖਾਇਆ। ਲੋਕ ਇੰਤਜ਼ਾਰ ਕਰਦੇ ਪਏ ਸੀ ਕਿ ਉਹ ਦਿਨ ਕਦੋਂ ਆਏਗਾ, ਉਹ ਦਿਨ ਕਦੋਂ ਆਏਗਾ। ਔਰ ਉਹ ਦਿਨ ਆਇਆ। ਉਸਨੇ ਪ੍ਰਭੂ ਨੇ ਇਹ ਸਭ ਕੁਝ ਕੀਤਾ ਸਾਡੇ ਲਈ। ਔਰ ਫਿਰ ਉਹ ਕਹਿ ਰਿਹਾ ਕਿ ਮੈਂ ਸਿਰਫ ਇਹੋ ਹੀ ਨਹੀਂ ਕੀਤਾ, ਮੈਂ ਬਹੁਤ ਕੁਝ ਤੁਹਾਡੇ ਲਈ ਹੋਰ ਵੀ ਛੱਡ ਜਾਊਂ। ਉਹ ਤੁਹਾਡਾ ਹੈ, ਉਹ ਤੁਹਾਡਾ ਹੈ। ਆਓ ਹੁਣ ਅਸੀਂ ਆਪਣੇ ਉਸ ਹਿੱਸੇ ਦੇ ਵਿੱਚ ਜਾਂਦੇ ਹਾਂ ਜਿਹੜਾ ਅਸੀਂ ਪੜ੍ਹਦੇ ਪਏ। ਸੋ ਮੇਰੇ ਨਾਲ ਹੁਣ ਆ ਜਾਓ 355 ਪੰਨਾ ਨਵੇਂ ਨਿਯਮ ਦਾ ਅਫਸੀਆਂ ਦੇ ਵਿੱਚ, ਜਿਸ ਨੂੰ ਅਸੀਂ ਦੇਖਦੇ ਪਏ ਹਾਂ। ਦਾ ਲਾਸਟ ਚੈਪਟਰ ਅਸੀਂ ਦੇਖ ਰਹੇ ਹਾਂ ਔਰ ਪ੍ਰਭੂ ਦੇ ਰਹਿਮ ਦੇ ਨਾਲ ਅਸੀਂ ਇਸ ਨੂੰ 2-3 ਦਿਨ ਦੇ ਵਿੱਚ ਖਤਮ ਕਰਾਂਗੇ। ਔਰ ਉਸ ਤੋਂ ਬਾਅਦ ਅਸੀਂ ਸ਼ੁਰੂ ਕਰਾਂਗੇ ਸਟੱਡੀ ਔਨ ਕੈਰੈਕਟਰਸ, ਜਿੱਦਾਂ ਜਿਹੜੇ ਬਾਈਬਲ ਦੇ ਵਿੱਚ ਸਾਡੇ ਬਜ਼ੁਰਗ ਹੋਏ ਆ। ਜਿਸ ਤਰ੍ਹਾਂ ਕਿ ਸ਼ੁਰੂ ਕਰਾਂਗੇ ਦਾਊਦ ਤੋਂ, ਦਾਊਦ ਦੀ ਸਟੱਡੀ ਕਰਾਂਗੇ ਪਹਿਲਾਂ। ਸਭ ਤੋਂ ਪਹਿਲਾਂ ਆਰਮਸ ਦੇਖਾਂਗੇ ਉਸਦੇ ਨਾਲ, ਔਰ ਫਿਰ ਅਸੀਂ ਸਟੱਡੀ ਕਰਾਂਗੇ ਉਸਦੇ ਪੁੱਤਰ ਸੋਲੋਮਨ ਦੀ, ਔਰ ਸੋਲੋਮਨ ਦੇ ਨਾਲ ਫਿਰ ਅਸੀਂ ਕਹਾਵਤਾਂ ਦੀ ਔਰ ਸਾਰਾ ਜਿੰਨਾ ਵਿਜ਼ਡਮ ਲਿਟਰੇਚਰ ਹੈ ਉਸਦੇ ਨਾਲ ਉਹ ਦੇਖਾਂਗੇ ਕਿ ਉਹ ਜਿਹੜਾ ਸਾਨੂੰ ਮਿਲਿਆ। ਔਰ ਉਸਦੇ ਵਿੱਚ ਇੱਕ ਬੜੀ ਪਿਆਰੀ ਪੁਸਤਕ ਹੈ ਜਿਸ ਨੂੰ ਬਹੁਤ ਘੱਟ ਲੋਕ ਪੜ੍ਹਦੇ ਆ, ਸੌਂਗ ਆਫ ਸੌਂਗਸ, ਸ੍ਰੇਸ਼ਟ ਗੀਤ। ਅਸੀਂ ਉਹਨਾਂ ਨੂੰ ਵੀ ਦੇਖਾਂਗੇ ਔਰ ਉਹਨਾਂ ਉਹ ਸਮਝ ਆਉਣਗੇ ਕਿ ਪ੍ਰਭੂ ਕੀ ਕਹਿ ਰਿਹਾ, ਕੀ ਕਹਿ ਰਿਹਾ ਉਹਦੇ ਵਿੱਚ। ਸੋ ਆਓ ਕੋਈ ਜਣਾ 10 ਆਇਤ ਤੋਂ ਲੈ ਕੇ 20 ਆਇਤ ਤੱਕ ਇਸ ਦੀ ਪੜ੍ਹਦਾ ਹੈ। ਮੈਂ ਪੜ੍ਹਦੀ ਨਹੀਂ ਪਾਸਟਰ ਜੀ। ਪਰਮੇਸ਼ਵਰ ਦੇ ਸਭ ਹਥਿਆਰ। ਅੰਤ ਵਿੱਚ ਮੇਰਾ ਇਹ ਕਹਿਣਾ ਹੈ, ਪ੍ਰਭੂ ਤੋਂ ਆਪਣਾ ਬਲ ਪ੍ਰਾਪਤ ਕਰੋ ਅਤੇ ਉਸ ਦੀ ਸ਼ਕਤੀ ਨੂੰ ਸਵੀਕਾਰ ਕਰੋ। ਪਰਮੇਸ਼ਵਰ ਦੇ ਸਭ ਹਥਿਆਰਾਂ ਨੂੰ ਆਪਣੇ ਉੱਤੇ ਧਾਰ ਲਵੋ ਕਿ ਤੁਸੀਂ ਸ਼ੈਤਾਨ ਦੀਆਂ ਖਤਰਨਾਕ ਚਾਲਾਂ ਦਾ ਮੁਕਾਬਲਾ ਕਰ ਸਕੋ। ਸਾਡਾ ਯੁੱਧ ਮਨੁੱਖੀ ਸ਼ਕਤੀਆਂ ਦੇ ਵਿਰੁੱਧ ਨਹੀਂ ਹੈ, ਸਗੋਂ ਇਸ ਹਨੇਰੇ ਸੰਸਾਰ ਦੀਆਂ ਸ਼ਕਤੀਆਂ ਅਤੇ ਆਕਾਸ਼ੀ ਭੈੜੀਆਂ ਆਤਮਕ ਸ਼ਕਤੀਆਂ ਦੇ ਵਿਰੁੱਧ ਹੈ। ਇਸ ਲਈ ਪਰਮੇਸ਼ਵਰ ਦੇ ਹਥਿਆਰ ਇਸੇ ਘੜੀ ਲਵੋ ਕਿ ਭੈੜੇ ਦਿਨ ਆਉਣ ਤੇ ਤੁਸੀਂ ਉਹਨਾਂ ਦਾ ਮੁਕਾਬਲਾ ਕਰ ਸਕੋ ਅਤੇ ਇਸ ਤਰ੍ਹਾਂ ਤੁਸੀਂ ਪੂਰਨ ਟਾਕਰਾ ਹੋਣ ਤੇ ਵੀ ਜੇਤੂ ਠਹਿਰੋਗੇ। ਇਸ ਲਈ ਸਾਵਧਾਨ ਰਹੋ, ਸੱਤ ਦਾ ਕਮਰਬੰਦ ਅਤੇ ਧਾਰਮਿਕਤਾ ਦਾ ਸੰਜੋਆ ਪਹਿਨ ਲਵੋ। ਪੈਰੀ ਸ਼ਾਂਤੀ ਦੇ ਸ਼ੁਭ ਸਮਾਚਾਰ ਸੁਣਾਉਣ ਦੀ ਜੁੱਤੀ ਅਤੇ ਵਿਸ਼ਵਾਸ ਦੀ ਢਾਲ ਨੂੰ ਹਰ ਸਮੇਂ ਪਹਿਨੀ ਰੱਖੋ। ਇਸ ਦੁਆਰਾ ਤੁਸੀਂ ਸ਼ੈਤਾਨ ਦੇ ਅਣਗਿਣਤ ਬਾਣਾਂ ਨੂੰ ਬੁਝਾ ਸਕੋਗੇ, ਅਗਨੀ ਬਾਣਾਂ ਨੂੰ ਬੁਝਾ ਸਕੋਗੇ। ਇਸੇ ਤਰ੍ਹਾਂ ਮੁਕਤੀ ਦੇ ਦਾਨ ਨੂੰ ਆਪਣਾ ਲੋਹ ਟੋਪ ਅਤੇ ਆਤਮਾ ਨੂੰ ਤਲਵਾਰ ਦੇ ਰੂਪ ਵਿੱਚ ਅਰਥਾਤ ਉਸ ਆਤਮਾ ਨੂੰ ਜੋ ਪਰਮੇਸ਼ਵਰ ਦਾ ਵਚਨ ਹੈ ਲੈ ਲਵੋ। ਇਸ ਸਭ ਦੇ ਨਾਲ ਹਰ ਵੇਲੇ ਆਤਮਾ ਦੇ ਰਾਹੀਂ ਪ੍ਰਾਰਥਨਾ ਕਰਦੇ ਰਹੋ ਅਤੇ ਪਰਮੇਸ਼ਵਰ ਤੋਂ ਮਦਦ ਮੰਗਦੇ ਰਹੋ। ਪਰਮੇਸ਼ਵਰ ਦੇ ਲੋਕਾਂ ਲਈ ਵੀ ਦਿਨ ਰਾਤ ਪ੍ਰਾਰਥਨਾ ਕਰਦੇ ਰਹੋ। ਮੇਰੇ ਲਈ ਵੀ ਪ੍ਰਾਰਥਨਾ ਕਰੋ ਕਿ ਬੋਲਦੇ ਸਮੇਂ ਪਰਮੇਸ਼ਵਰ ਮੈਨੂੰ ਇਹੋ ਜਿਹੇ ਸ਼ਬਦ ਦੇਵੇ ਜਿਨ੍ਹਾਂ ਰਾਹੀਂ ਮੈਂ ਦਲੇਰੀ ਦੇ ਨਾਲ ਸ਼ੁਭ ਸਮਾਚਾਰ ਦੇ ਗੁਪਤ ਭੇਤ ਨੂੰ ਲੋਕਾਂ ਦੇ ਸਾਹਮਣੇ ਪ੍ਰਗਟ ਕਰ ਸਕਾਂ, ਕਿਉਂਕਿ ਇਸੇ ਦਾ ਮੈਂ ਰਾਜਦੂਤ ਹਾਂ। ਬੇਸ਼ੱਕ ਇਸ ਸਮੇਂ ਮੈਂ ਕੈਦੀ ਹਾਂ। ਪ੍ਰਾਰਥਨਾ ਕਰੋ ਕਿ ਦਲੇਰੀ ਦੇ ਨਾਲ ਮੈਂ ਇਸ ਨੂੰ ਪ੍ਰਗਟ ਕਰਾਂ ਜਿਸ ਤਰ੍ਹਾਂ ਕਿ ਮੈਨੂੰ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਕਿ ਮੈਨੂੰ ਕਰਨਾ ਚਾਹੀਦਾ ਹੈ। ਤਿੰਨ ਚੀਜ਼ਾਂ ਜਿਹੜੀਆਂ ਮਾੜਾ ਜਿਹਾ ਟੱਚ ਕਰੂੰਗਾ ਜਿੱਥੋਂ ਅਸੀਂ ਆਏ ਹਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ। ਸਭ ਤੋਂ ਪਹਿਲਾਂ ਅਸੀਂ ਜਿਹੜਾ ਇਸ ਹਿੱਸੇ ਦੇ ਵਿੱਚ ਦੇਖਿਆ ਸੀ, ਅਸੀਂ ਪਹਿਲੀਆਂ 4 ਆਇਤਾਂ ਦੇਖੀਆਂ ਸੀ 10 ਤੋਂ ਲੈ ਕੇ 13 ਤੱਕ। 10 ਤੋਂ ਲੈ ਕੇ 13 ਤਾਈਂ ਅਸੀਂ ਇਹ ਦੇਖਿਆ ਸੀ ਕਿ ਇਹ ਜਿਨ੍ਹਾਂ ਲੋਕਾਂ ਨੂੰ ਇਹ ਖਤ ਲਿਖਿਆ ਗਿਆ ਹੈ, ਜਿਨ੍ਹਾਂ ਨੇ ਇਹ ਖਤ ਪ੍ਰਾਪਤ ਕੀਤਾ, ਉੱਥੇ ਕਿੰਨਾ ਵੱਡਾ ਸ਼ੈਤਾਨ ਦਾ ਗੜ੍ਹ ਸੀ। ਔਰ ਉਸ ਗੜ੍ਹ ਦੇ ਵਿੱਚ ਜਿੱਥੇ ਕਿ ਹਰੇਕ ਤਰ੍ਹਾਂ ਦੀਆਂ ਆਤਮਾਵਾਂ ਕੱਢਣ ਵਾਲੇ ਯਹੂਦੀਆਂ ਦੀਆਂ ਵੀ ਤਰ੍ਹਾਂ ਦੀਆਂ ਕਲਟਾਂ ਉੱਥੇ ਬੈਠੀਆਂ ਸੀ, ਜਿਹੜੀਆਂ ਕਿ ਪ੍ਰਭੂ ਦੇ ਵਚਨ ਦੇ ਵਿੱਚ ਜਿਹੜੀਆਂ ਚੀਜ਼ਾਂ ਕਰਨੀਆਂ ਮਨ੍ਹਾ ਆ ਉਹਨਾਂ ਲੋਕਾਂ ਨੂੰ, ਉਹ ਕਰਦੇ ਪਏ ਸੀ। ਯਾਨੀ ਕਿ ਕਿਸੇ ਪਾਸਿਓਂ ਵੀ ਧੂ ਖਿੱਚ ਕਰਦੇ ਪਏ ਸੀ ਵੀ ਬਸ ਗੱਲ ਬਣ ਜਾਏ ਕਿਸੇ ਤਰ੍ਹਾਂ। ਔਰ ਉੱਥੇ ਪ੍ਰਭੂ ਨੇ ਉਹਨਾਂ ਨੂੰ ਇਹ ਦਿਖਾਇਆ ਸੀ। ਜਿਸ ਲਈ ਪੌਲੁਸ ਉੱਥੇ ਗਿਆ ਤੇ ਉਸਨੇ ਦੇਖਿਆ ਕਿ ਲੋਕਾਂ ਨੇ ਦੇਖਿਆ ਕਿ ਇਹ ਪ੍ਰਭੂ ਦਾ ਬੰਦਾ, ਇਹ ਤਾਂ ਸਾਡੇ ਕੋਲ ਨਾ ਕੁਛ ਮੰਗਦਾ ਨਾ ਕੁਛ ਹੋਰ,
ਇਹ ਤਾਂ ਮਸੀਹ ਦੇ ਬਾਰੇ ਦੱਸਦਾ ਪਿਆ। ਜਿਹੜਾ ਆ ਰਿਹਾ, ਜਿਹੜਾ ਆ ਚੁੱਕਾ, ਜਿਸਨੇ ਸਾਡੀ ਕੀਮਤ ਦਿੱਤੀ ਹੈ, ਤਾਂ ਉਹਦੇ ਬਾਰੇ ਦੱਸਦਾ ਪਿਆ। ਤੇ ਉੱਥੇ ਲੋਕਾਂ ਨੂੰ ਬਹੁਤ ਬਰਕਤ ਮਿਲੀ। ਯਾਨੀ ਕਿ ਜਿਹੜੇ ਵਿਚਾਰੇ ਉਹਨਾਂ ਆਤਮਕ ਬਿਮਾਰੀਆਂ ਦੇ ਨਾਲ, ਆਤਮਾਵਾਂ ਦੇ ਨਾਲ, ਜਿਹੜੇ ਬੁਰੀਆਂ ਆਤਮਾਵਾਂ ਦੇ ਨਾਲ ਜਿਹੜੇ ਵਿਚਾਰੇ ਫਸੇ ਪਏ ਸੀ, ਪ੍ਰਭੂ ਨੇ ਉਹਨਾਂ ਨੂੰ ਰਾਹਤ ਦਿੱਤੀ। ਬਿਮਾਰਾਂ ਨੂੰ ਉਸਨੇ ਜ਼ਿੰਦਗੀ ਦਿੱਤੀ। ਪ੍ਰਭੂ ਦੀ ਬਹੁਤ ਉੱਥੇ ਪ੍ਰਭੂ ਦਾ ਨਾਮ ਵਧਣ ਲੱਗਾ। ਤੇ ਯਹੂਦੀਆਂ ਨੇ ਵੀ ਉੱਥੇ ਸੋਚਿਆ ਕਿ ਇਹ ਯਸੂ ਦਾ ਨਾਮ ਲੈਂਦਾ ਆ, ਅਸੀਂ ਵੀ ਯਸੂ ਦਾ ਨਾਮ ਲੈ ਲੈਂਦੇ। ਸੋ ਕਿਸੇ ਦੇ ਘਰ ਗਏ, ਉੱਥੇ ਜਾ ਕੇ ਆਤਮਾਵਾਂ ਕੱਢਣ ਲੱਗੇ। ਕਹਿੰਦੇ ਕਿ ਪੌਲ ਜਿਹੜਾ ਯਸੂ ਦਾ ਨਾਮ ਲੈਂਦਾ, ਉਹਦੇ ਨਾਂ 'ਚ ਅਸੀਂ ਤੁਹਾਨੂੰ ਕਹਿੰਦੇ ਚਲੇ ਜਾਓ। ਪਰ ਆਤਮਾ ਨੇ ਅੱਗੇ ਕਿਹਾ, ਮੈਂ ਯਸੂ ਨੂੰ ਵੀ ਜਾਣਦੀ ਹਾਂ ਤੇ ਪੌਲ ਨੂੰ ਵੀ ਜਾਣਦੀ, ਤੂੰ ਕੌਣ? ਔਰ ਉਹਨਾਂ ਨੂੰ ਉੱਥੋਂ ਦੌੜਨਾ ਪਿਆ। ਔਰ ਜਿਸ ਲਈ ਉਹਨਾਂ ਨੂੰ ਦੌੜਨਾ ਪਿਆ ਤੇ ਲੋਕਾਂ ਨੂੰ ਜਿਸ ਲਈ ਇਹਨਾਂ ਚੀਜ਼ਾਂ ਦਾ ਪਤਾ ਲੱਗਾ, ਤੇ ਉਹ ਜਿਹੜੇ ਵਿਚਾਰੇ ਫਸੇ ਹੋ ਸੀ ਉਹਨਾਂ ਚੀਜ਼ਾਂ ਦੇ ਵਿੱਚ, ਉਹ ਪ੍ਰਭੂ ਕੋਲ ਆਉਣੇ ਸ਼ੁਰੂ ਹੋ ਗਏ। ਉੱਥੇ 50, ਜਿਹਦਾ ਵਚਨ ਦੱਸਦਾ ਕਿ 50,000 ਰੁਪਏ ਦੀਆਂ ਕਿਤਾਬਾਂ, ਜਾਦੂ ਟੂਣੇ ਜੋ ਉਹਨਾਂ ਦੇ ਸੀਗੇ, ਸਕਰੋਲ ਸੀਗੇ, ਉਹਨਾਂ ਨੂੰ ਸਾਰੇ ਉੱਥੇ ਸਾਰੇ। ਔਰ ਪ੍ਰਭੂ ਦੀ ਹਜ਼ੂਰੀ ਤੋਂ ਉਹਨਾਂ ਨੂੰ ਦਿਨ ਬਾਅਦ ਦਿਨ ਉਹਨਾਂ ਦਾ ਆਨੰਦ ਜਿਹੜਾ ਸੀ ਉਹ ਵੱਧਦਾ ਪਿਆ ਸੀ। ਸੋ ਉੱਥੇ ਹੋ ਕੀ ਰਿਹਾ ਸੀ? ਉੱਥੇ ਇਹ ਹੋ ਰਿਹਾ ਸੀ ਕਿ ਆਹ ਜਿਹੜੇ ਸਾਰੇ ਹਥਿਆਰ ਅਸੀਂ ਦੇਖਦੇ ਹਾਂ, ਔਰ ਜਿਸ ਵੇਲੇ ਪ੍ਰਭੂ ਦੇ ਕੋਲ ਉਹ ਲੋਕ ਆਉਂਦੇ ਸੀ ਤਾਂ ਪ੍ਰਭੂ ਦੇ ਦਿੱਤੇ ਹੋਏ ਆਤਮਾ ਦੇ ਹਥਿਆਰ ਵੀ ਨਾਲ ਲੈ ਕੇ ਜਾਂਦੇ ਸੀ। ਤੇ ਉਹ ਹੁਣ ਹਰੇਕ ਮਹੀਨੇ ਉਹਨਾਂ ਨੂੰ ਉੱਥੇ ਵਾਪਸ ਆ ਕੇ ਇਹ ਨਹੀਂ ਕਹਿਣਾ ਪੈਂਦਾ ਸੀ ਕਿ ਹੁਣ ਕਿਸੇ ਹੋਰ ਨੂੰ ਦੇਖਦੇ ਹਾਂ। ਉਹਨਾਂ ਦੇ ਛੁਟਕਾਰਾ ਹੋ ਰਿਹਾ ਸੀ। ਔਰ ਪ੍ਰਭੂ ਦੀ ਢਾਲ, ਪ੍ਰਭੂ ਦੇ ਦਿੱਤੇ ਹੋਏ ਹਥਿਆਰ ਉਹਨਾਂ ਦਾ ਬਚਾਅ ਕਰਦੇ ਪਏ ਸੀ। ਔਰ ਲੋਕਾਂ ਨੇ ਜਿਸ ਲਈ ਪ੍ਰਭੂ ਨੂੰ ਸਵੀਕਾਰ ਕਰਨਾ ਸ਼ੁਰੂ ਕੀਤਾ ਤੇ ਉੱਥੇ ਦਾ ਬਿਜ਼ਨਸ ਬੰਦ ਹੋ ਗਿਆ। ਉੱਥੇ ਇੱਕ ਦੇਵੀ ਦਾ ਮੰਦਿਰ ਸੀ, ਅਰਤਮਿਸ ਦੇਵੀ ਦਾ, ਔਰ ਉੱਥੇ ਲੋਕ ਦੁਆ ਕਰਨ, ਉੱਥੇ ਨਵੇਂ ਜੋੜੇ ਆਉਂਦੇ ਹੁੰਦੇ ਸੀਗੇ ਬੇਸਿਕਲੀ ਔਲਾਦ ਦੇ ਲਈ, ਜਾਂ ਕਿਸੇ ਦੇ ਲਈ ਦੂਰ ਦਰਿਆਡੋਂ ਵੀ ਲੋਕ ਬਹੁਤ ਜਾਂਦੇ ਸੀ ਜਿਹਦੀ ਔਲਾਦ ਨਹੀਂ ਸੀ ਹੁੰਦੀ। ਉਹ ਦੇਵੀ ਦੀਆਂ ਮੂਰਤੀਆਂ ਘਰ ਲੈ ਕੇ ਜਾਂਦੇ ਸੀ। ਉਹਨਾਂ ਦਾ ਵੀ ਬਿਜ਼ਨਸ ਬੰਦ ਹੋ ਗਿਆ। ਔਰ ਉੱਥੇ ਬਹੁਤ ਹੜਦੰਗ ਮਚਿਆ। ਸ਼ੈਤਾਨ ਨੇ ਪੂਰਾ ਕੋਸ਼ਿਸ਼ ਕੀਤੀ ਕਿ ਉੱਥੇ ਹੜਦੰਗ ਮਚੇ, ਲੇਕਿਨ ਐਸਾ ਕਮਲ ਪ੍ਰਭੂ ਨੇ ਉਹਨਾਂ ਨੂੰ ਪਾਇਆ ਕਿ ਉਹਨਾਂ ਦੀ ਕਿਸੇ ਨੇ ਨਹੀਂ ਸੁਣੀ। ਸੋ ਕੀ ਉੱਥੇ ਹੋ ਰਿਹਾ? ਉੱਥੇ ਅਸੀਂ ਪ੍ਰਭੂ ਦੇ ਐਕਚੁਅਲੀ ਇਹਨਾਂ ਹਥਿਆਰਾਂ ਦਾ ਕੰਮ ਦੇਖਦੇ ਪਏ, ਇਹਨਾਂ ਦਾ ਉੱਥੇ ਕੰਮ ਦੇਖਦੇ ਪਏ। ਸੋ ਪ੍ਰਭੂ ਦਾ ਵਚਨ ਜੋ ਸਾਨੂੰ ਹੁਣ ਕਹਿ ਰਿਹਾ ਅਗਲੀਆਂ ਆਇਤਾਂ ਦੇ ਵਿੱਚ, ਸਾਵਧਾਨ ਰਹੋ, ਸੱਤ ਦਾ ਕਮਰਬੰਦ। ਔਰ ਅਸੀਂ ਕੱਲ ਇੱਕ ਚੀਜ਼ ਦੇਖੀ ਸੀ ਕਿ ਸੱਤ ਕੌਣ? ਇਹ ਨਹੀਂ ਕਿ ਸੱਚ ਕੀ ਆ। ਮੇਰਾ ਜਿਹੜਾ ਬੋਲਿਆ ਸੱਚ ਆ ਨਾ, ਉਹ ਉਹੀ ਆ ਜਿਹੜਾ ਮੈਨੂੰ ਸਿਖਾਇਆ ਗਿਆ, ਜਿਹੜਾ ਮੇਰੀ ਨੌਲੇਜ ਦੇ ਵਿੱਚ ਸੱਚ। ਉਹ ਗਲਤ ਵੀ ਮੈਂ ਹੋ ਸਕਦਾ। ਮੈਂ ਆਪਣਾ ਸਿੱਖਿਆ ਹੋਇਆ ਸੱਚ ਬੋਲਦਾ, ਉਹ ਸਿਖਾਉਣ ਵਾਲੇ ਤੇ ਡਿਪੈਂਡ ਕਰਦਾ ਉਹਨੇ ਕੀ ਸਿਖਾਇਆ। ਉਹ ਗਲਤ ਵੀ ਹੋ ਸਕਦਾ। ਮੈਨੂੰ ਜਿਹੜਾ ਇੱਕ ਸੱਚ ਸਿਖਾਇਆ ਗਿਆ ਸੀ, ਸਾਰੇ ਰਸਤੇ ਪ੍ਰਭੂ ਦੇ ਘਰ ਨਹੀਂ ਜਾਂਦੇ। That's wrong. ਪ੍ਰਭੂ ਨੇ ਇੱਕ ਰਸਤਾ ਦਿੱਤਾ ਔਰ ਉਸਨੇ ਆਪਣੇ ਪੁੱਤਰ ਦੇ ਰਾਹੀਂ ਦਿੱਤਾ। ਉਹ ਉਸ ਵੇਲੇ ਤੱਕ ਮੇਰੇ ਲਈ ਸੱਚ ਸੀ ਜਦ ਤੱਕ ਉਹ ਸਮਾਂ ਨਹੀਂ ਆਇਆ ਜਦੋਂ ਤੱਕ ਉਸਨੇ ਆਪਣੇ ਪੁੱਤਰ ਦੇ ਨਾਲ ਮੇਰੇ ਤੇ ਦਇਆ ਨਹੀਂ ਕੀਤੀ। ਫਿਰ ਮੈਨੂੰ ਸਮਝ ਆਈ ਕਿ ਹਾਂ, ਉਹ ਜਿਹੜਾ ਸੱਚ ਸੀ ਉਹ ਉਨੇ ਸਮੇਂ ਤੱਕ ਸੱਚ ਰਿਹਾ ਜਿੰਨੀ ਦੇਰ ਤੱਕ ਉਸਨੂੰ ਚਾਨਣ ਦੇ ਵਿੱਚ ਨਹੀਂ ਲਿਆਂਦਾ ਗਿਆ। ਜਿਸ ਲਈ ਉਸਨੂੰ ਚਾਨਣ ਦੇ ਵਿੱਚ ਲਿਆਂਦਾ ਗਿਆ ਤੇ ਉਸ ਦੀਆਂ ਜਿਹੜੀਆਂ ਕੰਧਾਂ ਸੀ ਉਹ ਹਿੱਲ ਗਈਆਂ। ਉਹ ਕਿਸੇ ਕੰਮ ਦਾ ਨਹੀਂ ਉੱਠੇਗਾ। ਔਰ ਉੱਥੋਂ ਪਤਾ ਲੱਗਾ ਕਿ ਨਹੀਂ, ਸੱਚ ਤਾਂ ਪ੍ਰਭੂ ਨੇ ਘੱਲਿਆ ਆ। ਯਿਸੂ ਮਸੀਹ ਨੇ ਕਿਹਾ, ਮੈਂ ਹੀ ਸੱਚ, ਮੈਂ ਹੀ ਰਾਹ ਔਰ ਮੈਂ ਹੀ ਜ਼ਿੰਦਗੀ ਹਾਂ। ਕਿਸੇ ਨੇ ਨਹੀਂ ਕਿਹਾ। ਸੋ ਸਾਡਾ ਜਿਹੜਾ ਸੱਚ ਆ, ਸਭ ਤੋਂ ਪਹਿਲਾਂ ਜਿਹਦੇ ਉੱਤੇ ਅਸੀਂ ਵਿਸ਼ਵਾਸ ਕਰਦੇ ਹਾਂ, ਉਹ ਅਸੀਂ ਦੇਖਿਆ ਸੀ ਕਿ ਉਹ ਹੈ ਪ੍ਰਭੂ ਯਿਸੂ ਮਸੀਹ ਦਾ ਕੁਆਰੀ ਤੋਂ
ਪੈਦਾ ਹੋਣਾ। ਪ੍ਰਭੂ ਯਿਸੂ ਮਸੀਹ ਦਾ ਪਾਪੀ ਦੇ ਲਈ ਆਪਣੀ ਜਾਨ ਦੇਣਾ, ਪ੍ਰਭੂ ਯਿਸੂ ਮਸੀਹ ਦਾ ਮੌਤ ਨੂੰ ਫਤਿਹ ਕਰਕੇ ਮੁਰਦਿਆਂ ਦੇ ਵਿੱਚੋਂ ਜੀ ਉੱਠਣਾ। ਔਰ ਚੌਥੀ ਚੀਜ਼, ਪ੍ਰਭੂ ਯਿਸੂ ਮਸੀਹ ਦਾ ਸਵਰਗ ਦੇ ਵਿੱਚ ਉਠਾਇਆ ਜਾਣਾ ਔਰ ਸਿੰਘਾਸਨ ਤੇ ਬਿਠਾਇਆ ਜਾਣਾ। ਔਰ ਪੰਜਵਾਂ ਜਿਹੜਾ ਸਾਡਾ ਸੱਚ ਆ ਉਹ ਇਹ ਹੈ ਕਿ ਪ੍ਰਭੂ ਯਿਸੂ ਮਸੀਹ ਵਾਪਸ ਆ ਰਿਹਾ, ਵਾਪਸ ਆ ਰਿਹਾ ਔਰ ਆਪਣੀ ਦੁਲਹਨ ਨੂੰ ਲੈ ਕੇ ਜਾਏਗਾ। ਇਹ ਹੈ ਸਾਡਾ ਸੱਚ, ਇਹ ਹੈ ਸਾਡਾ ਕਮਰਬੰਦ। ਇਸ ਦੇ ਵਿੱਚੋਂ ਅਗਰ ਅਸੀਂ ਕੋਈ ਚੀਜ਼ ਅੱਗੇ ਪਿੱਛੇ ਕਰਾਂਗੇ, ਆਪਣੇ ਤਰੀਕੇ ਦੇ ਨਾਲ ਦੇਖਾਂਗੇ, ਤਾਂ ਉਹ ਉਸ ਕੜੀ ਦੇ ਵਿੱਚ ਬ੍ਰੇਕ ਆ ਜਾਏ, ਉਹ ਸੱਚ ਨਹੀਂ ਰਹੇ। ਸੋ ਇਹ ਸੱਚ ਲੈ ਕੇ ਅਸੀਂ ਜਾਂਦੇ ਹਾਂ, ਕਿਉਂਕਿ ਇਹ ਸੱਚ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਸਾਨੂੰ ਮਿਲਿਆ। ਔਰ ਦੂਸਰੀ ਚੀਜ਼ ਉਸਨੇ ਕਹੀ ਹੈ ਧਾਰਮਿਕਤਾ ਦਾ ਸੰਜੋਆ। ਜਿਸ ਤਰ੍ਹਾਂ ਕਿ ਅਸੀਂ ਉਹ ਪੁਰਾਣੀਆਂ ਮੂਵੀਆਂ ਦੇਖਦੇ ਹਾਂ ਤਾਂ ਉਹਨਾਂ ਨੇ ਕਬਜ਼ ਪਾਇਆ, ਕਬਜ਼ ਪਾਇਆ। ਧਾਰਮਿਕਤਾ ਦਾ ਜਿਹੜਾ ਸੰਜੋਆ ਆ ਉਹ ਪ੍ਰਭੂ ਯਿਸੂ ਨੇ ਆਪਣਾ ਸਾਨੂੰ ਦਿੱਤਾ, ਉਹ ਸਾਡੇ ਕੋਲ ਨਹੀਂ ਸੀਗਾ। ਅਸੀਂ ਜਿਨ੍ਹਾਂ ਚੀਜ਼ਾਂ ਨੂੰ ਧਰਮ ਤੇ ਧਾਰਮਿਕ ਚੀਜ਼ਾਂ ਕਹਿਣ ਲੱਗ ਪੈਂਦੇ ਆ, ਨੰਬਰ 1 ਉਹ ਤਾਂ ਸਾਡੇ ਕੋਲ ਹੁੰਦੀਆਂ। ਸੋ ਧਾਰਮਿਕਤਾ ਅਸੀਂ ਕਿਹੜੀ ਪਹਿਨੀ ਹੋ? ਪ੍ਰਭੂ ਯਿਸੂ ਮਸੀਹ ਦੀ ਜੋ ਸਲੀਬ ਦੇਣ ਤੋਂ ਪਹਿਲਾਂ ਉਹਦੀ ਉਤਾਰੀ ਗਈ, ਉਸਦੇ ਉੱਤੋਂ ਇੱਕ ਕੱਪੜਾ ਸੀ ਜਿਹੜਾ ਉਸਨੇ ਪਾਇਆ ਸੀ, ਜੋ ਕਿ ਸਵੈਟਰ ਦੀ ਤਰ੍ਹਾਂ ਬੁਣਿਆ ਸੀ, ਜਿਸ ਦੇ ਵਿੱਚ ਕੋਈ ਸੀਣ ਨਹੀਂ ਸੀ। ਲੇਕਿਨ ਉਹਨਾਂ ਨੂੰ ਨਹੀਂ ਸੀ ਪਤਾ ਉਹ ਕੀ ਕਰਦੇ ਪਏ। ਉਹਨਾਂ ਨੇ ਕਿਹਾ ਇਹਨੂੰ ਪਾੜੀਏ ਨਾ, ਇਹਦੇ ਗੁਣੇ ਪਾ, ਜਿਹਦਾ ਨਿਕਲੂ ਉਹ ਲੈ ਜਾਵੇ। ਔਰ ਜਿਸਨੇ ਉਹਨਾਂ ਨੇ ਗੁਣੇ ਪਾਏ ਉਸਦਾ ਕੱਪੜਾ ਨਹੀਂ ਪਾੜਿਆ, ਉਹ ਉਸਦਾ ਸੰਜੋਆ ਸੀ। ਉਸ ਸੰਜੋਏ ਦੀ ਗੱਲ ਕੀਤੀ ਜਾ ਰਹੀ। ਉਸਨੇ ਆਪਣਾ ਸੰਜੋਆ, ਆਪਣੀ ਧਾਰਮਿਕਤਾ ਸਾਨੂੰ ਦਿੱਤੀ ਹੈ ਔਰ ਸਾਡੀ ਜਿਹੜੀ ਬਦਕਾਰੀ ਹੈ ਉਸਨੇ ਲਈ। ਸੋ ਅਸੀਂ ਪ੍ਰਭੂ ਯਿਸੂ ਮਸੀਹ ਦਾ ਧਾਰਮਿਕਤਾ ਦਾ ਸੰਜੋਆ ਲੈਣਾ। ਅਗਲੀ ਚੀਜ਼ ਜਿਹੜੀ ਆ ਗਈ ਉਹ ਹੈ ਪਿਆਰੇ ਸ਼ੁਭ ਸਮਾਚਾਰ ਸੁਣਾਉਣ ਦੀ ਜੁੱਤੀ। ਪਿਆਰੇ ਸ਼ੁਭ ਸਮਾਚਾਰ ਸੁਣਾਉਣ ਦੀ ਜੁੱਤੀ। ਜਿੱਥੇ ਵੀ ਸਾਡੇ ਪੈਰ ਜਾਣ, ਪ੍ਰਭੂ ਦਾ ਸ਼ੁਭ ਸਮਾਚਾਰ ਜਾਏ। ਔਰ ਅਸੀਂ ਇਕੱਲੇ ਨਹੀਂ ਜਾ ਰਹੇ, ਜਿਸ ਲਈ ਅਸੀਂ ਸ਼ੁਭ ਸਮਾਚਾਰ ਲੈ ਕੇ ਜਾਂਦੇ ਹਾਂ ਤੇ ਅਸੀਂ ਇਕੱਲੇ ਨਹੀਂ ਜਾਂਦੇ। ਉਹ ਜਿਹੜਾ ਸ਼ੁਭ ਸਮਾਚਾਰ ਉਹ ਸਾਡੇ ਨਾਲ ਜਾਂਦਾ ਔਰ ਉਹ ਉਦੋਂ ਤੱਕ ਸਾਡੇ ਨਾਲ ਹੁੰਦਾ ਜਦ ਤੱਕ ਅਸੀਂ ਸ਼ੁਭ ਸਮਾਚਾਰ ਸੁਣਾ ਰਹੇ ਹੁੰਦੇ। ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਆ ਕਿਸੇ ਵੀ ਇਨਸਾਨ ਦੇ ਲਈ ਮਸੀਹ ਦੇ ਵਿੱਚ ਜਾਣਨੀ, ਉਹ ਇਹ ਨਹੀਂ ਕਿ ਮਸੀਹ ਹੀਲ ਕਰਦਾ ਹੈ। ਇਟਸ ਵੈਰੀ ਇੰਪੋਰਟੈਂਟ, ਵੀ ਨੀਡ ਇਟ ਇਸ ਦੁਨੀਆ ਦੇ ਵਿੱਚ ਰਹਿਣ ਦੇ ਲਈ, ਪਰ that is not the point। ਉਹ ਮੈਨੂੰ ਜਵਾਬ ਲੈ ਦੇਗਾ, ਹਾਂ ਉਹ ਲੈ ਕੇ ਦਿੰਦਾ ਆ, ਉਹ ਰਸਤੇ ਲੱਭਦਾ ਮੇਰੇ ਲਈ, ਰਸਤੇ ਤਿਆਰ ਕਰਦਾ ਮੇਰੇ ਲਈ। Yes, he does that, but that is not all of it। ਇਹ ਸਾਰਾ ਕੁਛ ਨਹੀਂ ਹੁੰਦਾ। ਪ੍ਰਭੂ ਯਿਸੂ ਮਸੀਹ ਮੈਨੂੰ ਮੁਕਤੀ ਦਿੰਦਾ ਔਰ ਉਹ ਅਸੀਂ ਸ਼ੁਭ ਸਮਾਚਾਰ ਦੇ ਰਾਹੀਂ ਸੁਣਾਉਂਦੇ ਹਾਂ। ਔਰ ਪ੍ਰਭੂ ਕਹਿੰਦਾ ਜਦ ਤੁਸੀਂ ਸ਼ੁਭ ਸਮਾਚਾਰ ਸੁਣਾਓਗੇ ਤਾਂ ਮੈਂ ਤੁਹਾਡੇ ਨਾਲ ਨਾਲ ਜਾਊਂਗਾ। ਆਓ ਮੇਰੇ ਨਾਲ ਇੱਕ ਹਿੱਸਾ ਦੇਖਾਂਗੇ ਅਸੀਂ ਜਿਹੜਾ ਅਸੀਂ ਨਹੀਂ ਦੇਖਿਆ। ਮਰਕਸ ਦਾ 16ਵਾਂ ਭਾਗ 95 ਪੇਜ ਨਵੇਂ ਨਿਯਮ ਦਾ। ਮਰਕਸ ਦਾ 16ਵਾਂ ਭਾਗ ਉਸ ਦੀ 9 ਆਇਤ ਤੋਂ ਲੈ ਕੇ ਅਸੀਂ 20 ਆਇਤ ਤੱਕ ਦੇਖਾਂਗੇ। ਜਿਸ ਨੂੰ ਮਿਲ ਜਾਏ ਉਹ ਇਸ ਨੂੰ ਮੈਂ ਪੜ੍ਹਦੀ ਨਹੀਂ ਪਾਸਟਰ ਜੀ। ਪ੍ਰਭੂ ਯਿਸੂ ਮਰੀਅਮ ਮਗਦਲੀਨੀ ਨੂੰ ਦਰਸ਼ਨ ਦਿੰਦੇ ਹਨ। ਸਪਤਾਹ ਦੇ ਪਹਿਲੇ ਦਿਨ ਜਦੋਂ ਯਿਸੂ ਅੰਮ੍ਰਿਤ ਵੇਲੇ ਮੁਰਦਿਆਂ ਵਿੱਚੋਂ ਜੀ ਉੱਠੇ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਮਰੀਅਮ
ਮਗਦਲੀਨੀ ਨੂੰ ਦਰਸ਼ਨ ਦਿੱਤੇ, ਜਿਸ ਵਿੱਚੋਂ ਉਹਨਾਂ ਨੇ 7 ਭੂਤ ਕੱਢੇ ਸਨ। ਉਸਨੇ ਜਾ ਕੇ ਇਹ ਸਮਾਚਾਰ ਉਹਨਾਂ ਦੇ ਸਾਥੀਆਂ ਨੂੰ ਸੁਣਾਇਆ, ਜੋ ਸੋਗੀ ਹਾਲਤ ਵਿੱਚ ਰੋ ਰਹੇ ਸਨ। ਜਦੋਂ ਉਹਨਾਂ ਉਸ ਤੋਂ ਸੁਣਿਆ ਕਿ ਯਿਸੂ ਜੀ ਉੱਠੇ ਹਨ ਅਤੇ ਉਸਨੇ ਯਿਸੂ ਨੂੰ ਦੇਖਿਆ ਹੈ, ਉਹਨਾਂ ਉਸ ਦਾ ਵਿਸ਼ਵਾਸ ਨਾ ਕੀਤਾ। ਪ੍ਰਭੂ ਯਿਸੂ ਦਾ 2 ਚੇਲਿਆਂ ਨੂੰ ਦਰਸ਼ਨ ਦੇਣਾ। ਇਸ ਦੇ ਪਿੱਛੋਂ ਯਿਸੂ ਨੇ ਇੱਕ ਦੂਜੇ ਢੰਗ ਨਾਲ ਉਹਨਾਂ ਵਿੱਚੋਂ 2 ਜਣਿਆਂ ਨੂੰ ਦਰਸ਼ਨ ਦਿੱਤੇ, ਜੋ ਇੱਕ ਪਿੰਡ ਵੱਲ ਨੂੰ ਜਾ ਰਹੇ ਸਨ। ਉਹਨਾਂ ਨੇ ਵਾਪਸ ਆ ਕੇ ਬਾਕੀਦਿਆਂ ਨੂੰ ਇਹ ਸਮਾਚਾਰ ਦਿੱਤਾ, ਪਰ ਉਹਨਾਂ ਨੇ ਫਿਰ ਵੀ ਵਿਸ਼ਵਾਸ ਨਾ ਕੀਤਾ। ਪ੍ਰਭੂ ਯਿਸੂ ਦਾ 11 ਚੇਲਿਆਂ ਨੂੰ ਦਰਸ਼ਨ ਦੇਣਾ। ਇਸ ਦੇ ਪਿੱਛੋਂ ਉਹਨਾਂ 11 ਚੇਲਿਆਂ ਨੂੰ, ਜਦੋਂ ਉਹ ਖਾਣਾ ਖਾ ਰਹੇ ਸਨ, ਦਰਸ਼ਨ ਦਿੱਤੇ ਅਤੇ ਉਹਨਾਂ ਦੀ ਨਿਸ਼ਚੈਹੀਨਤਾ ਅਤੇ ਮਨ ਦੀ ਕਠੋਰਤਾ ਦੇ ਲਈ ਉਹਨਾਂ ਨੂੰ ਝਾੜ ਪਾਈ, ਕਿਉਂਕਿ ਉਹਨਾਂ ਨੇ ਉਹਨਾਂ ਦਾ ਵਿਸ਼ਵਾਸ ਨਹੀਂ ਕੀਤਾ ਸੀ, ਜਿਨ੍ਹਾਂ ਯਿਸੂ ਨੂੰ ਜੀ ਉੱਠਣ ਦੇ ਪਿੱਛੋਂ ਵੇਖਿਆ ਸੀ। ਫਿਰ ਯਿਸੂ ਨੇ ਉਹਨਾਂ ਨੂੰ ਕਿਹਾ, ਜਾਓ, ਸਾਰੇ ਸੰਸਾਰ ਵਿੱਚ ਜਾ ਕੇ ਹਰ ਇੱਕ ਨੂੰ ਸ਼ੁਭ ਸਮਾਚਾਰ ਸੁਣਾਓ। ਉਹ ਜਿਹੜਾ ਵਿਸ਼ਵਾਸ ਕਰੇ ਅਤੇ ਬਪਤਿਸਮਾ ਲਵੇ, ਬਚਾਇਆ ਜਾਵੇਗਾ, ਪਰ ਉਹ ਜਿਹੜਾ ਵਿਸ਼ਵਾਸ ਨਾ ਕਰੇ, ਉਹ ਦੋਸ਼ੀ ਠਹਿਰੇਗਾ। ਵਿਸ਼ਵਾਸ ਕਰਨ ਵਾਲਿਆਂ ਦੇ ਲਈ ਇਹ ਚਿੰਨ੍ਹ ਹੋਣਗੇ, ਉਹ ਮੇਰਾ ਨਾਂ ਲੈ ਕੇ ਭੂਤਾਂ ਨੂੰ ਕੱਢਣਗੇ, ਉਹ ਨਵੀਆਂ-ਨਵੀਆਂ ਬੋਲੀਆਂ ਬੋਲਣਗੇ, ਜੇਕਰ ਉਹ ਆਪਣੇ ਹੱਥਾਂ ਨਾਲ ਸੱਪ ਚੁੱਕ ਲੈਣ ਜਾਂ ਜ਼ਹਿਰ ਵੀ ਪੀ ਲੈਣ, ਉਹਨਾਂ ਦਾ ਤਾਂ ਕੁਝ ਵੀ ਨਹੀਂ ਵਿਗੜੇਗਾ। ਉਹ ਰੋਗੀਆਂ ਉੱਤੇ ਹੱਥ ਰੱਖਣਗੇ ਅਤੇ ਉਹ ਚੰਗੇ ਹੋ ਜਾਣਗੇ। ਪ੍ਰਭੂ ਯਿਸੂ ਦਾ ਸਵਰਗ ਵਿੱਚ ਉਠਾਇਆ ਜਾਣਾ। ਫਿਰ ਜਦੋਂ ਪ੍ਰਭੂ ਯਿਸੂ ਉਹਨਾਂ ਨਾਲ ਗੱਲਾਂ ਕਰ ਹਟੇ, ਤਾਂ ਉਹ ਸਵਰਗ ਵਿੱਚ ਉਠਾ ਲਏ ਗਏ ਅਤੇ ਉਹ ਪਰਮੇਸ਼ਵਰ ਦੇ ਸੱਜੇ ਹੱਥ ਜਾ ਬੈਠੇ। ਤਦ ਚੇਲਿਆਂ ਨੇ ਹਰ ਜਗ੍ਹਾ ਜਾ ਕੇ ਪ੍ਰਚਾਰ ਕੀਤਾ, ਪ੍ਰਭੂ ਉਹਨਾਂ ਦੇ ਸਹਾਇਕ ਸਨ। ਉਹ ਨਿਸ਼ਾਨ ਜਿਹੜੇ ਉਹਨਾਂ ਤੋਂ ਹੋ ਰਹੇ ਸਨ, ਉਹਨਾਂ ਦੇ ਉਪਦੇਸ਼ ਦੀ ਸੱਚਾਈ ਨੂੰ ਸਿੱਧ ਕਰਦੇ ਸਨ। And that's very important. ਉਹ ਨਿਸ਼ਾਨ ਜਿਹੜੇ ਚੇਲਿਆਂ ਦੇ ਰਾਹੀਂ ਹੋ ਰਹੇ ਸਨ, ਉਹ ਸ਼ੁਭ ਸਮਾਚਾਰ ਜਿਹੜਾ ਉਹ ਸੁਣਾ ਰਹੇ ਸੀ, ਸਿੱਧ ਕਰਦੇ ਸੀ। ਇਸ ਲਈ ਸ਼ੁਭ ਸਮਾਚਾਰ ਬਹੁਤ ਜ਼ਰੂਰੀ ਹੈ। ਔਰ ਸ਼ੁਭ ਸਮਾਚਾਰ ਜਿਹੜਾ ਮਸੀਹਾ ਆਇਆ, ਮਸੀਹਾ ਨੇ ਸਾਡੀ ਕੀਮਤ ਦਿੱਤੀ ਆ। ਮਸੀਹਾ ਸਾਡੇ ਲਈ ਸਲੀਬ ਦੇ ਉੱਤੇ ਚੜਿਆ, ਔਰ ਉਸਨੇ ਮੈਨੂੰ ਮਾਫੀ ਦਿੱਤੀ ਆ। ਸਾਡੇ ਲਈ ਮਾਫੀ ਆ ਉੱਥੇ, ਔਰ ਉਸਦੇ ਨਾਲ ਸਾਡੇ ਲਈ ਬਰਕਤਾਂ ਆ ਉੱਥੇ। ਔਰ ਉਸ ਤੋਂ ਬਾਅਦ ਤੀਸਰੇ ਦਿਨ ਉਹ ਮੁਰਦਿਆਂ ਦੇ ਵਿੱਚੋਂ ਜੀ ਉੱਠਿਆ। ਉਸਨੇ ਮੌਤ ਦੇ ਉੱਤੇ ਫਤਿਹ ਪਾਈ। ਮੇਰੀ ਮੌਤ ਦਾ ਪਿਆਲਾ ਜਿਹੜਾ ਇੱਥੇ ਜਾ ਕੇ ਇੱਥੋਂ ਮਰਨ ਤੋਂ ਬਾਅਦ ਇੱਕ ਹੋਰ ਮੌਤ ਹੋਣੀ ਸੀ, ਔਰ ਉਹ ਮੌਤ ਐਸੀ ਮੌਤ ਆ, ਵਚਨ ਦੇ ਵਿੱਚ ਦੱਸਿਆ ਗਿਆ ਕਿ ਉੱਥੇ ਸੁੱਟਿਆ ਜਾਂਦਾ ਜਿੱਥੇ ਦੰਦਾਂ ਦਾ ਪੀਣਾ, ਔਰ ਉਹ ਜਲਦੀ ਲਾਖ ਦੀ ਝੀਲ ਆ ਜੋ ਪ੍ਰਭੂ ਨੇ ਤਿਆਰ ਕੀਤੀ ਹੋਈ। ਪਰ ਪ੍ਰਭੂ ਇਹ ਨਹੀਂ ਚਾਹੁੰਦਾ ਕਿ ਉੱਥੇ ਕੋਈ ਜਾਏ, ਇਸ ਲਈ ਉਸਨੇ ਆਪਣੀ ਕੀਮਤ ਦਿੱਤੀ ਹੈ। ਔਰ ਜਦ ਅਸੀਂ ਉਸ ਦੀ ਕੀਮਤ ਨੂੰ ਸਵੀਕਾਰ ਨਹੀਂ ਕਰਦੇ, ਆਪਣੀ ਜਿੱਦ ਦੇ ਵਿੱਚ ਰਹਿੰਦੇ ਹਾਂ, ਤੇ ਫਿਰ ਪ੍ਰਭੂ ਨਹੀਂ ਕਹਿੰਦਾ ਕਿ ਮੈਂ ਉੱਥੇ ਜਾ ਰਹੀ ਹਾਂ। ਉਹ ਨਹੀਂ ਸਾਨੂੰ ਉੱਥੇ ਘੱਲਦਾ ਪਿਆ, ਅਸੀਂ ਆਪਣੇ ਆਪ ਨੂੰ ਘੱਲਦੇ ਪਏ। ਸੋ ਇੱਥੇ ਜਿਸ ਵੇਲੇ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਦੇਖਦੇ ਹਾਂ, ਦੇਖੋ ਜਿਹੜਾ ਬੰਦਾ ਸ਼ੁਭ ਸਮਾਚਾਰ ਸੁਣਾ ਰਿਹਾ, ਉਹਦੇ ਕੋਲ ਕਿੱਡੀ ਵੱਡੀ ਬਰਕਤ। ਦੇਖੋ ਕਿ ਸਭ ਤੋਂ ਪਹਿਲਾਂ ਮਰੀਅਮ ਆਈ। ਮਰੀਅਮ ਨੂੰ ਦਰਸ਼ਨ ਦਿੱਤੇ ਆ ਤੇ ਉਸਨੂੰ ਕਿਹਾ ਕਿ ਮੈਂ ਜਿਉਂਦਾ, ਮੈਂ ਜੀ ਉੱਠਿਆ, ਜਿਸ ਤਰ੍ਹਾਂ ਮੈਂ ਕਿਹਾ ਸੀ ਮੈਂ ਜੀ ਉੱਠਿਆ। ਜਾ ਮੇਰੇ ਭਰਾਵਾਂ ਨੂੰ ਦੱਸ। ਔਰ ਉਹ ਆਈ ਆ, ਉਸਦੇ ਕੋਲ ਇੱਕ ਖੁਸ਼ੀ ਆ, ਪਰ ਉਹ ਰੋ ਰਹੇ ਬੈਠੇ ਉੱਤੇ। ਸਭ ਤੋਂ ਜ਼ਿਆਦਾ ਉਹਨਾਂ 12 ਨੂੰ ਇਹ ਦੱਸਿਆ ਗਿਆ ਸੀ, ਪ੍ਰਭੂ ਨੇ ਵਾਰ-ਵਾਰ, ਮੈਨੂੰ ਇਹ ਮਾਰ ਦੇਣਗੇ, ਮੈਂ ਮੁਰਦਿਆਂ ਦੇ ਵਿੱਚੋਂ ਫਿਰ ਜੀ ਉੱਠਾਂਗਾ। ਹਰ ਵੱਡੇ ਮਿਰਾਕਲ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਇਹ ਚੀਜ਼ ਜ਼ਰੂਰ ਦੱਸੀ ਕਿ ਇਹ ਮੈਨੂੰ ਮਾਰ ਦੇਣਗੇ, ਪਰ ਮੈਂ ਮੁਰਦਿਆਂ ਦੇ ਵਿੱਚੋਂ ਫਿਰ ਜੀ ਉੱਠੂਗਾ। ਔਰ ਕਿਉਂਕਿ ਮੈਂ ਜੀਊਂਗਾ, ਇਸ ਲਈ ਤੁਸੀਂ ਵੀ ਜੀਓਗੇ, ਕਿਉਂਕਿ ਮੈਂ ਤੁਹਾਡੇ ਵਿੱਚ ਹੋਵਾਂਗਾ। ਮਸੀਹ ਸਾਡੇ ਵਿੱਚ ਆ, ਇਸ ਕਰਕੇ ਇਹ ਸਾਰੇ ਹਥਿਆਰ ਸਾਡੇ ਕੋਲ।
ਹੁਣ ਉਹ ਅੱਗੇ ਜਾਂਦੀ ਪਈ ਆ ਔਰ ਉਸਨੇ ਜਿਹੜੇ 2 ਜਾਣੇ ਅਸੀਂ ਦੇਖਦੇ ਪਏ ਸੀਗੇ, ਲੂਕਾ ਦੇ ਵਿੱਚ 2 ਜਾਣੇ ਨੂੰ ਦੇਖਦੇ ਜਿਹੜੇ ਘਰ ਨੂੰ ਜਾ ਰਹੇ ਸੀ ਵਿਚਾਰੇ, ਰਸਤੇ ਦੇ ਵਿੱਚ ਉਹਨਾਂ ਨੂੰ ਪ੍ਰਭੂ ਯਿਸੂ ਮਿਲੇ, ਉਹਨਾਂ ਨੇ ਆ ਕੇ ਦੱਸਿਆ, ਉਹ ਖੁਸ਼, ਲੇਕਿਨ ਚੇਲੇ ਵੀ ਨਹੀਂ ਖੁਸ਼। ਔਰ ਕੀ ਹੋ ਰਿਹਾ? ਉਹਨਾਂ ਨੂੰ ਉਹਦੀ ਨਿਸ਼ਚਾਹੀਨਤਾ 'ਚ ਝਾੜ ਪੈ ਰਹੀ ਪ੍ਰਭੂ ਯਿਸੂ ਦੇ। ਪਰ ਯਿਸੂ ਨੇ ਫਿਰ ਉਹਨਾਂ ਨੂੰ ਕਿਹਾ ਕਿ ਹੁਣ ਤੁਸੀਂ ਜਾਓ, ਜਾ ਕੇ ਸ਼ੁਭ ਸਮਾਚਾਰ ਸੁਣਾਓ। ਔਰ ਜਿੱਥੇ ਵੀ ਉਹ ਜਾਂਦੇ ਸੀ, ਪ੍ਰਭੂ ਦਾ ਜਿਹੜਾ ਮਹਾਨ ਕੰਮ ਜਿਹੜੇ ਉੱਥੇ ਹੋ ਰਹੇ ਸੀ, ਔਰ ਉਹ ਮਹਾਨ ਕੰਮ ਕਿਉਂਕਿ ਉਹ ਸ਼ੁਭ ਸਮਾਚਾਰ ਸੁਣਾ ਰਹੇ ਸੀ, ਪ੍ਰਭੂ ਨੂੰ ਵੀ ਬਰਕਤ ਮਿਲ ਰਹੀ ਸੀ ਔਰ ਉਹਨਾਂ ਨੂੰ ਵੀ ਬਰਕਤ ਮਿਲ ਰਹੀ ਸੀ। ਸ਼ੁਭ ਸਮਾਚਾਰ ਸੁਣਾਉਣ ਦੀ ਜੁੱਤੀ ਇਹ ਪ੍ਰਭੂ ਨੇ ਸਾਨੂੰ ਦਿੱਤੀ, ਇਹ ਉਸਦੀ ਆਪਣੀ ਜੁੱਤੀ ਹੈ ਜੋ ਇਸ ਧਰਤੀ ਤੇ ਉਸਨੇ ਪਾਈ ਸੀ। ਔਰ ਜਿੱਥੇ ਜਾਂਦਾ ਸੀ ਸ਼ੁਭ ਸਮਾਚਾਰ ਸੁਣਾਉਂਦਾ ਸੀ। ਖੂਹ ਤੇ ਬੈਠੀ ਉਹ ਵਿਚਾਰੀ ਔਰਤ ਕਹਿ ਰਹੀ ਆ ਕਿ ਜਦੋਂ ਮਸੀਹਾ ਆਏਗਾ ਤੇ ਸਾਨੂੰ ਉਹ ਦੱਸੇਗਾ, ਸਾਰੀਆਂ ਗੱਲਾਂ ਦੱਸੇਗਾ। ਯਿਸੂ ਨੇ ਕਿਹਾ ਤੇ ਉਹ ਮੈਂ ਹੀ ਹਾਂ, ਮੈਂ। ਉਸਨੇ ਜਾ ਕੇ ਪਿੰਡ ਤੋਂ ਸਾਰੇ ਲੋਕ ਇਕੱਠੇ ਕਰਕੇ ਲਿਆ। ਉਹਨਾਂ ਨੇ ਜ਼ੋਰ ਪਾਇਆ ਕਿ ਤੁਸੀਂ ਸਾਡੇ ਨਾਲ 2 ਦਿਨ ਰਹੋ। ਪਰ ਬਾਅਦ ਦੇ ਵਿੱਚ ਲੋਕ ਪਤਾ ਕੀ ਕਹਿ ਰਹੇ? ਲੋਕ ਇਹ ਕਹਿ ਰਹੇ ਆ, ਹੁਣ ਅਸੀਂ ਇਸ ਕਰਕੇ ਵਿਸ਼ਵਾਸ ਨਹੀਂ ਕਰਦੇ ਕਿ ਤੂੰ ਸਾਨੂੰ ਕਿਹਾ, ਹੁਣ ਅਸੀਂ ਵਿਸ਼ਵਾਸ ਇਸ ਕਰਕੇ ਕਰਦੇ ਹਾਂ ਕਿ ਅਸੀਂ ਉਹ ਸਭ ਕੁਝ ਦੇਖ ਲਿਆ। ਇਹ ਹੈ ਸ਼ੁਭ ਸਮਾਚਾਰ ਦੀ ਜੁੱਤੀ ਦਾ ਆਨੰਦ, ਜਿਸ ਲਈ ਅਸੀਂ ਸੁਣਾਉਂਦੇ। ਸੋ ਪ੍ਰਭੂ ਦੇ ਵਚਨ ਦੇ ਵਿੱਚ ਇਹ ਇੱਕ ਹਥਿਆਰ ਦੇ ਵਾਂਗ ਸਾਨੂੰ ਦਿੱਤਾ ਗਿਆ, ਸ਼ੁਭ ਸਮਾਚਾਰ ਸੁਣਾਉਣ ਦੀ ਜੁੱਤੀ। ਇਸ ਨੂੰ ਪਹਿਨ ਲਓ। ਔਰ ਉਸਦੇ ਨਾਲ ਨਾਲ ਜਿਹੜੀ ਅਗਲੀ ਚੀਜ਼ ਆ ਉਹ ਬਹੁਤ ਜ਼ਰੂਰੀ ਆ, ਵਿਸ਼ਵਾਸ ਦੀ ਢਾਲ ਨੂੰ ਹਰ ਸਮੇਂ ਪਹਿਨੀ ਰੱਖੋ। ਇਸ ਦੇ ਦੁਆਰਾ ਤੁਸੀਂ ਸ਼ੈਤਾਨ ਦੇ ਅਗਨੀ ਬਾਣਾਂ ਨੂੰ ਬੁਝਾ ਸਕੋਗੇ। ਇਟ ਇਜ਼ ਆਲਸੋ ਵੈਰੀ ਸਿੰਪਲ। ਅਸੀਂ ਬਹੁਤ ਵਾਰੀ ਉਸ ਤੇ ਦੇਖੇ, ਇਸ ਨੂੰ ਤੁਹਾਨੂੰ ਲੈ ਕੇ ਨਹੀਂ ਜਾਊਂਗਾ। ਪ੍ਰਭੂ ਯਿਸੂ ਮਸੀਹ ਜਦੋਂ ਇਸ ਧਰਤੀ ਦੇ ਉੱਤੇ ਆਇਆ ਤਾਂ ਉਹ ਢਾਲ ਉਹਨਾਂ ਦੇ ਕੋਲ, ਸ਼ੈਤਾਨ ਸ਼ੁਰੂ ਤੋਂ ਅੱਗੇ ਚੱਲਦਾ ਪਿਆ। ਮਰੀਅਮ ਨੇ ਜਿਸ ਵੇਲੇ ਪ੍ਰਭੂ ਯਿਸੂ ਨੂੰ ਜਨਮ ਦਿੱਤਾ ਤੇ ਉਹ ਰਾਜਾ ਲੱਭਦਾ ਪਿਆ ਉਹਨਾਂ ਨੂੰ ਮਾਰਨ ਦੇ ਲਈ। ਜਿਸ ਲਈ ਪ੍ਰਭੂ ਯਿਸੂ ਮਸੀਹ ਨੇ ਆ ਕੇ ਆਪਣੀ ਮਿਨਿਸਟਰੀ ਸ਼ੁਰੂ ਕੀਤੀ ਹੈ ਤੇ ਕਿਸ ਤਰ੍ਹਾਂ ਸ਼ੈਤਾਨ ਇੱਕ ਤੋਂ ਬਾਅਦ ਦੂਜਾ ਬਾਣ ਉਹਦੇ ਤੇ ਚਲਾ ਗਿਆ, ਨਹੀਂ ਕਾਮਯਾਬ ਹੋਇਆ। ਔਰ ਉਸ ਤੋਂ ਬਾਅਦ ਜਿੰਨੀ ਦੇਰ ਤੱਕ ਉਸ ਬਾਗ ਤੱਕ, ਪ੍ਰਭੂ ਗਤਸਮਨੀ ਦੇ ਬਾਗ ਤੱਕ ਨਹੀਂ ਪਹੁੰਚਿਆ, ਉਦੋਂ ਤੱਕ ਕੁਛ ਨਹੀਂ ਕਰ ਸਕਿਆ। ਕਿਉਂਕਿ ਉੱਥੇ ਇੱਕ ਭੋਜ ਦੇ ਰਾਹੀਂ ਉਹ ਸਭ ਕੁਝ ਸਾਨੂੰ ਦੇ ਦਿੱਤਾ ਗਿਆ ਤੇ ਜਿਹੜਾ ਸਾਡਾ ਪਿਆਲਾ ਸੀ, ਸਾਡਾ ਜਿਹੜਾ ਨੰਗਾਪਨ ਸੀ, ਉਹ ਪ੍ਰਭੂ ਨੇ ਲਿਆ, ਉਹ ਲੈ ਲਿਆ ਉਸਨੇ। ਤੁਸੀਂ ਪ੍ਰਭੂ ਦੇ ਵਚਨ ਦੇ ਵਿੱਚ ਪੜ੍ਹਦੇ ਹੋ ਕਿ ਆਦਮ ਔਰ ਹਵਾ ਨੇ ਜਿਸ ਲਈ ਪਾਪ ਕੀਤਾ ਤੇ ਉਹਨਾਂ ਨੂੰ ਜਿਹੜੀ ਸਭ ਤੋਂ ਪਹਿਲਾਂ ਜਿਹੜਾ ਉਹਨਾਂ ਨੂੰ ਗਿਆਨ ਹੋਇਆ ਉਹ ਇਹ ਹੋਇਆ ਸੀ ਕਿ ਅਸੀਂ ਨੰਗੇ। ਉਹ ਢਾਲ ਜਿਹੜੀ ਸੀਗੀ ਪ੍ਰਭੂ ਦੀ, ਉਹ ਜਾਂਦੀ ਰਹੀ, ਉਹ ਉਹਨਾਂ ਦੇ ਕੋਲ ਨਹੀਂ ਸੀ। ਨਾ ਹੀ ਉਹ ਸੰਜੋਆ ਸੀ ਤੇ ਨਾ ਹੀ ਉਹ ਢਾਲ ਸੀ। ਔਰ ਹੁਣ ਵੈਰੀ ਦੇ ਤੀਰ ਜਿਹੜੇ ਆ ਉਹ ਸਿੱਧੇ ਆ ਕੇ ਲੱਗ ਗਏ। ਇਸ ਕਰਕੇ ਪ੍ਰਭੂ ਕਹਿੰਦਾ ਪਿਆ ਉਹ ਢਾਲ ਲੈ ਲਓ ਜਿਹੜੀ ਮੇਰੀ ਆ, ਜਿਹੜੀ ਮੇਰੀ ਢਾਲ ਆ ਉਸ ਨੂੰ ਲਓ। ਔਰ ਉਹ ਹੈ ਵਿਸ਼ਵਾਸ ਦੀ ਢਾਲ, ਵਿਸ਼ਵਾਸ ਦੀ ਢਾਲ, the faith, ਜਿਹੜਾ ਸਾਡਾ ਪ੍ਰਭੂ ਯਿਸੂ ਮਸੀਹ ਦੇ ਵਿੱਚ ਵਿਸ਼ਵਾਸ ਹੈ। ਤੇ ਜੋ ਕੁਛ ਉਸਨੇ ਕਿਹਾ ਉਸਨੇ ਕਰਕੇ ਦਿਖਾਇਆ। ਔਰ ਅਸੀਂ ਇਸ ਕਰਕੇ, ਕਿਉਂਕਿ ਪ੍ਰਭੂ ਯਿਸੂ ਨੇ ਸਾਨੂੰ ਅੱਜ ਦੇ ਦਿਨ ਦੇ ਲਈ ਜੋ ਚੀਜ਼ਾਂ ਕਹੀਆਂ ਉਹ ਵੀ ਉਹ ਕਰੇਗਾ, ਸਾਡੇ ਨਾਲ ਰਹਿ ਕੇ ਕਰੇਗਾ। ਮੈਂ ਢਾਲ ਦੀਆਂ ਬਹੁਤ ਸਾਰੀਆਂ ਪੁਰਾਣੇ ਨਿਯਮ ਤੁਹਾਨੂੰ ਉਦਾਹਰਨਾਂ ਦੇ ਸਕਦਾ, ਲੇਕਿਨ ਜਿਹੜਾ ਮੇਨ ਪੁਆਇੰਟ ਇੱਥੇ ਮੈਂ ਲੈ ਕੇ ਆਉਣਾ ਪਿਆ
ਉਹ ਇਹ ਆ ਕਿ ਪ੍ਰਭੂ ਯਿਸੂ ਮਸੀਹ ਦੇ ਵਿੱਚ ਜਿਹੜਾ ਸਾਡਾ ਵਿਸ਼ਵਾਸ ਆ, ਸਾਡਾ ਵਿਸ਼ਵਾਸ ਅੰਨਾ ਵਿਸ਼ਵਾਸ ਨਹੀਂ, ਸਾਡਾ ਵਿਸ਼ਵਾਸ ਉਸ ਦੇ ਵਿੱਚ ਆ ਜਿਸ ਨੇ ਸਿਰਫ ਇਹੋ ਹੀ ਨਹੀਂ ਕਿਹਾ ਕਿ ਤੁਸੀਂ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਕਰੋ, ਪਰ ਉਸਨੇ ਉਹ ਸਾਰੀਆਂ ਚੀਜ਼ਾਂ ਸਾਡੇ ਲਈ ਕੀਤੀਆਂ ਹੈ, ਸਾਡੇ ਲਈ ਕੀਤੀਆਂ ਹੈ, ਔਰ ਉਹ ਅੱਜ ਵੀ ਕਰਦਾ ਪਿਆ। ਉਹ ਜਿਹੜੀ ਢਾਲ ਉਸਨੇ ਸਾਨੂੰ ਦਿੱਤੀ ਆ, ਉਹ ਢਾਲ ਜਿਹੜੀ ਉਹ ਸਾਡਾ ਬਚਾਅ ਕਰਦੀ ਹੈ ਜਿਸ ਲਈ ਸ਼ੈਤਾਨ ਸਾਡੇ ਉੱਤੇ ਹਮਲਾ ਕਰਦਾ, ਜਿਸ ਲਈ ਉਹ ਰਸਤਾ ਆਪਣਾ ਕੱਢ ਕੇ ਸਾਨੂੰ ਇੱਕ ਅਲੱਗ ਰਸਤੇ ਤੇ ਲੈ ਕੇ ਜਾਣਾ ਮੰਗਦਾ, ਚੌੜੇ ਰਸਤੇ ਦੇ ਵੱਲ ਲੈ ਕੇ ਜਾਣਾ ਮੰਗਦਾ। ਤਾਂ ਉੱਥੇ ਅਸੀਂ ਕਹਿੰਦੇ ਕਿ ਨਹੀਂ, ਇੱਥੇ ਪਰਮੇਸ਼ਵਰ ਦਾ ਸਾਥ ਹੈ, ਇੱਥੇ ਪਰਮੇਸ਼ਵਰ ਦਾ ਸਾਥ ਹੈ ਨਹੀਂ। ਸਾਡੀ ਆਤਮਾ ਸਾਨੂੰ ਦੱਸ ਦਿੰਦੀ ਉਹ ਢਾਲ ਇੱਕੋ ਹੀ ਢਾਲ ਆ ਜਿਹੜੇ ਹਰ ਤਰ੍ਹਾਂ ਦੇ ਤੀਰ ਨੂੰ ਰੋਕਦੀ ਹੈ, ਔਰ ਉਸਦੇ ਜਿਹੜੇ ਬਾਣ ਆ ਉਹ ਅਗਨੀ ਬਾਣ, ਉਹ ਅੰਦਰ ਤੱਕ ਜਾਲ ਦੇਣੇ ਵਾਲੇ ਬਾਣ ਜਿਹੜੇ ਉਹ ਚਲਾਉਂਦਾ। ਸੋ ਵਿਸ਼ਵਾਸ ਪ੍ਰਭੂ ਯਿਸੂ ਮਸੀਹ ਦੇ ਵਿੱਚ ਜਿਹੜਾ ਅਸੀਂ ਲੈ ਕੇ ਜਾਂਦੇ ਹਾਂ, ਉਹ ਸਾਡੀ ਢਾਲ ਆ। ਔਰ ਉਸ ਤੋਂ ਬਾਅਦ ਜਿਹੜਾ ਸਭ ਤੋਂ ਪਿਆਰੀ ਚੀਜ਼ ਉਹ ਹੈ ਇਸੇ ਤਰ੍ਹਾਂ ਮੁਕਤੀ ਦੇ ਦਾਨ ਨੂੰ ਆਪਣਾ ਲੋਟੋ ਅਤੇ ਆਤਮਾ ਦੀ ਤਲਵਾਰ, ਆਤਮਾ ਨੂੰ ਤਲਵਾਰ ਦੇ ਰੂਪ ਦੇ ਵਿੱਚ, ਅਰਥਾਤ ਉਸ ਆਤਮਾ ਨੂੰ ਜੋ ਪਰਮੇਸ਼ਰ ਦਾ ਵਚਨ ਹੈ, ਲੈ ਲਓ। ਸੋ ਉਹ ਮੁਕਤੀ ਦਾ ਜਿਹੜੀ ਲੋਟੋ ਆ ਜਾਂ ਮੁਕਤੀ ਦੀ ਪਗੜੀ ਆ ਸਾਨੂੰ ਕਿਹਨੇ ਦਿੱਤੀ ਔਰ ਕਿਹੜੀ ਹਾਲਤ ਦੇ ਵਿੱਚ ਦਿੱਤੀ ਹੈ, that is more important। ਕਿਹੜੀ ਹਾਲਤ ਦੇ ਵਿੱਚ ਦਿੱਤੀ ਆ? ਪ੍ਰਭੂ ਨੇ ਇਹ ਜਿਹੜਾ ਦ੍ਰਿਸ਼ਟਾਂਤ ਸੀਗਾ ਇਹ ਜ਼ਕਰਿਆ ਨਬੀ ਨੂੰ ਦਿਖਾਇਆ ਸੀ ਕਿ ਮੈਂ ਕੀ ਕਰੂੰਗਾ, ਮੈਂ ਕੀ ਕਰੂੰਗਾ। ਆਓ ਅਸੀਂ ਉਸ ਨੂੰ ਦੇਖੀਏ ਔਰ ਉੱਥੇ ਮੇਰੇ ਨਾਲ ਪੁਰਾਣੇ ਨਿਯਮ ਦੇ ਵਿੱਚ ਅਸੀਂ ਜਾਵਾਂਗੇ ਔਰ ਇਸ ਹਿੱਸੇ ਨੂੰ ਦੇਖਾਂਗੇ। ਜ਼ਕਰਿਆ ਨਬੀ ਦਾ ਤੀਸਰਾ ਭਾਗ ਉਸ ਦੀ 1 ਤੋਂ 10 ਆਇਤ ਔਰ ਪੰਨਾ ਹੈ 1408। 1408 ਪੰਨਾ ਪੁਰਾਣੇ ਨਿਯਮ ਦਾ, ਜ਼ਕਰਿਆ ਨਬੀ ਦਾ 1 ਤੋਂ ਲੈ ਕੇ 10 ਆਇਤ ਤੱਕ ਅਸੀਂ ਦੇਖਾਂਗੇ। ਤੀਸਰਾ ਭਾਗ ਹਾਂਜੀ ਪੜ੍ਹੋ। ਮਹਾਪੁਰੋਹਿਤ ਦੇ ਸੰਬੰਧ ਵਿੱਚ ਦਰਸ਼ਨ। ਤਦ ਇੱਕ ਹੋਰ ਦਰਸ਼ਨ ਵਿੱਚ ਪ੍ਰਭੂ ਨੇ ਮੈਨੂੰ ਮਹਾਪੁਰੋਹਿਤ ਯਹੋਸ਼ੂਆ ਨੂੰ ਆਪਣੇ ਸਵਰਗਦੂਤ ਸਾਹਮਣੇ ਖੜਾ ਦਿਖਾਇਆ ਅਤੇ ਉਸ ਦੇ ਸੱਜੇ ਹੱਥ ਸ਼ੈਤਾਨ ਵੀ ਖੜਾ ਸੀ। ਉੱਥੇ ਉਸ ਦੇ ਸੱਜੇ ਹੱਥ ਸ਼ੈਤਾਨ ਵੀ ਖੜਾ ਸੀ ਕਿ ਉਹ ਮਹਾਪੁਰੋਹਿਤ ਯਹੋਸ਼ੂਆ ਉੱਤੇ ਦੋਸ਼ ਲਾਵੇ। ਪਰ ਪ੍ਰਭੂ ਦੇ ਸਵਰਗਦੂਤ ਨੇ ਸ਼ੈਤਾਨ ਨੂੰ ਕਿਹਾ, ਸ਼ੈਤਾਨ, ਪ੍ਰਭੂ ਦੀ ਮਾਰ ਤੇਰੇ ਉੱਤੇ ਆ ਪਵੇ। ਪ੍ਰਭੂ ਜਿਸ ਨੇ ਯਰੂਸ਼ਲਮ ਨੂੰ ਆਪਣੇ ਲਈ ਚੁਣਿਆ ਹੈ ਉਹ ਤੈਨੂੰ ਝਿੜਕੇ। ਇਹ ਆਦਮੀ ਸੱਚਮੁੱਚ ਅੱਗ ਦੇ ਵਿੱਚੋਂ ਕੱਢੀ ਸੋਟੀ ਵਾਂਗ ਹੈ। ਮਹਾਪੁਰੋਹਿਤ ਯਹੋਸ਼ੂਆ ਉਸ ਵੇਲੇ ਉੱਥੇ ਗੰਦੇ ਕੱਪੜੇ ਪਹਿਨੇ ਖੜਾ ਸੀ। ਸੋ ਸਵਰਗਦੂਤ ਨੇ ਆਪਣੇ ਲਾਗੇ ਖੜੇ ਦਾਸਾਂ ਨੂੰ ਕਿਹਾ, ਇਸ ਦੇ ਸਭ ਗੰਦੇ ਕੱਪੜੇ ਉਤਾਰ ਦੇਵੋ। ਤਦ ਸਵਰਗਦੂਤ ਨੇ ਯਹੋਸ਼ੂਆ ਨੂੰ ਕਿਹਾ, ਮੈਂ ਤੇਰੇ ਸਭ ਪਾਪ ਦੂਰ ਕਰ ਦਿੱਤੇ ਹਨ, ਮੈਂ ਤੈਨੂੰ ਹੋਰ ਬਹੁਮੁੱਲੇ ਕੱਪੜੇ ਦੇਵਾਂਗਾ। ਫਿਰ ਸਵਰਗਦੂਤ ਨੇ ਆਪਣੇ ਲਾਗੇ ਖੜੇ ਦਾਸ ਨੂੰ ਕਿਹਾ, ਇਸ ਦੇ ਸਿਰ ਉੱਤੇ ਨਵੀਂ ਪਗੜੀ ਰੱਖੋ। ਇਸ ਲਈ ਉਹਨਾਂ ਨੇ ਯਹੋਸ਼ੂਆ ਦੇ ਸਿਰ ਉੱਤੇ ਨਵੀਂ ਪਗੜੀ ਰੱਖੀ ਅਤੇ ਉਸਨੂੰ ਨਵੇਂ ਕੱਪੜੇ ਵੀ ਪਹਿਨਾਏ। ਉਸ ਵੇਲੇ ਪ੍ਰਭੂ ਦਾ ਸਵਰਗਦੂਤ ਉੱਥੇ ਖੜਾ ਸੀ। ਤਦ ਪ੍ਰਭੂ ਨੇ ਆਪਣੇ ਸਵਰਗਦੂਤ ਦੇ ਰਾਹੀਂ ਮਹਾਪੁਰੋਹਿਤ ਯਹੋਸ਼ੂਆ ਨੂੰ ਕਿਹਾ, ਜੇਕਰ ਤੂੰ ਮੇਰੇ ਸਭ ਹੁਕਮਾਂ ਦੀ ਪਾਲਣਾ ਕਰਦਾ ਹੋਇਆ ਮੇਰੇ ਰਾਹਾਂ ਉੱਤੇ ਚੱਲੇਗਾ ਜੋ ਮੈਂ ਤੈਨੂੰ ਦੱਸੇ ਹਨ, ਤਾਂ ਮੇਰੇ ਇਸ ਘਰ ਅਤੇ ਇਸ ਦੇ ਵਿਹੜਿਆਂ ਦਾ ਹਮੇਸ਼ਾ ਤੱਕ ਅਧਿਕਾਰੀ ਰਹੇਗਾ। ਮੈਂ ਤੇਰੀ ਪ੍ਰਾਰਥਨਾ ਉਸੇ ਤਰ੍ਹਾਂ ਸੁਣਾਂਗਾ ਜਿਸ ਤਰ੍ਹਾਂ ਮੈਂ ਆਪਣੇ ਸਾਹਮਣੇ ਖੜੇ ਹੋਣ ਵਾਲੇ ਸਵਰਗਦੂਤਾਂ ਦੀ ਸੁਣਦਾ ਹਾਂ। ਸੋ ਮਹਾਪੁਰੋਹਿਤ ਯਹੋਸ਼ੂਆ ਅਤੇ ਉਸ ਦੇ ਸਾਥੀ ਪੁਰੋਹਿਤ ਸੁਣ, ਤੁਸੀਂ ਸਭ ਚੰਗੇ ਭਾਗਾਂ ਵਾਲੇ ਹੋ। ਮੈਂ ਆਪਣੇ ਦਾਸ ਅਰਥਾਤ ਇਸਾਕ ਨੂੰ ਅੱਗੇ ਲਿਆਵਾਂਗਾ। ਉਸ ਪੱਥਰ ਨੂੰ ਦੇਖੋ ਜੋ ਮਹਾਪੁਰੋਹਿਤ ਯਹੋਸ਼ੂਆ ਦੇ ਸਾਹਮਣੇ ਰੱਖਿਆ ਹੋਇਆ ਹੈ। ਉੱਥੇ ਇੱਕੋ ਪੱਥਰ ਦੇ 7 ਅੱਖਾਂ ਅਤੇ 7 ਅੱਖਾਂ ਹਨ। ਮੈਂ ਉਸ ਉੱਤੇ ਇਹ ਲਿਖਿਆ
ਇਹ ਲੇਖ ਲਿਖਾਂਗਾ। ਮੈਂ ਕੇਵਲ ਇੱਕੋ ਹੀ ਦਿਨ ਵਿੱਚ ਇਸ ਦੇਸ਼ ਦੇ ਸਭ ਪਾਪ ਧੋ ਦੇਵਾਂਗਾ। ਉਸ ਦਿਨ ਤੁਹਾਡੇ ਵਿੱਚ ਹਰ ਕੋਈ ਆਪਣੇ ਗੁਆਂਢੀ ਨੂੰ ਆਪਣੀ ਅੰਗੂਰੀ ਵੇਲ ਅਤੇ ਅੰਜੀਰ ਦੇ ਬੂਟੇ ਹੇਠ ਸੱਦ ਕੇ ਖੁਸ਼ੀ ਮਨਾਵੇਗਾ। ਆਮੀਨ। ਇੱਕ ਦਿਨ, ਜਿਸ ਦਿਨ ਪ੍ਰਭੂ ਯਿਸੂ ਮਸੀਹ ਸਲੀਬ ਦੇ ਉੱਤੇ ਚੜਿਆ, ਉਸ ਇੱਕ ਦਿਨ ਦੇ ਵਿੱਚ ਪ੍ਰਭੂ ਨੇ ਇਸ ਲਈ ਉੱਥੇ ਸਲੀਬ ਤੇ ਕਿਹਾ ਪੂਰਾ ਹੋਇਆ, ਤੇ ਪਾਪ ਧੋ ਹੋ ਗਏ। ਹਾਲਤ ਕੀ ਸੀ ਸਾਡੀ? ਕੀ ਉਹ ਸੱਚਮੁੱਚ ਗੰਦੇ ਕੱਪੜੇ ਪਾ ਕੇ ਉੱਥੇ ਖੜਾ? ਨਹੀਂ, ਗੰਦੇ ਕੱਪੜੇ ਨਹੀਂ ਉਹਨੇ ਪਾਏ। ਉਹਦੇ ਜਿਹੜੇ ਪਾਪ ਆ ਉਹ ਦਿਖਾਈ ਦੇ, ਉਹਦੇ ਪਾਪ ਦਿਖਾਈ ਦੇ। ਜਿਹੜੀ ਉਹ ਪਗੜੀ ਵੀ ਗੰਦੀ ਆ ਤੇ ਕੱਪੜੇ ਵੀ ਗੰਦੇ ਆ, ਔਰ ਸ਼ੈਤਾਨ ਖੜਾ ਆ, ਅਗਨੀ ਬਾਣ ਚਲਾਉਂਦਾ ਪਿਆ। ਉਹਦਾ ਕੱਲਾ ਕੱਲਾ ਪਾਪ ਬਣਾ ਰਿਹਾ ਉਹਨੂੰ। ਉਹਦੇ ਸ਼ੈਤਾਨ ਦੇ ਕੰਮਾਂ ਦੇ ਵਿੱਚ ਮਜ਼ਾ ਬਹੁਤ ਆ, ਉਹ ਥੋੜੀ ਦੇਰ ਦਾ ਉਹ ਫਨ ਹੁੰਦਾ, ਬਸ ਆਨੰਦ ਨਹੀਂ ਹੁੰਦਾ। ਉਹ ਮਜ਼ਾ ਸਦਾ ਨਹੀਂ ਰਹਿੰਦਾ, ਕਿਉਂਕਿ ਉਹਨੇ ਉਹ ਫਿਰ ਮਜ਼ਾ ਦੇ ਕੇ ਉਹਦੀ ਜਿਹੜੀ ਕੀਮਤ ਆ ਉਹ ਵਿਆਜ ਸਮੇਤ ਲੈਂਦਾ। ਇਹ ਚੀਜ਼ ਇੱਥੇ ਹੋ ਰਹੀ। ਇਹਨਾਂ ਲੋਕਾਂ ਨੇ, ਅਸੀਂ ਜਿਸੇ ਪ੍ਰਭੂ ਦੇ ਵਚਨ ਦਿੱਤੇ, ਇਹਨੇ ਤੇ ਇਹਨਾਂ ਦੇ ਬਜ਼ੁਰਗਾਂ ਨੇ ਮੰਦਿਰ ਦੀਆਂ ਕੰਧਾਂ ਦੇ ਵਿੱਚ ਮਗੋਰੇ ਕੱਢ ਕੇ ਉੱਥੇ ਸੱਪਾਂ ਦੀ ਪੂਜਾ ਕੀਤੀ ਸੀ, ਔਰ ਸ਼ੈਤਾਨ ਉਹ ਸਾਰੀਆਂ ਚੀਜ਼ਾਂ ਇਹਨਾਂ ਨੂੰ ਚੇਤੇ ਕਰਾ ਰਿਹਾ। ਇਸ ਕਰਕੇ ਸਾਨੂੰ ਉਹ ਢਾਲ ਦਿੱਤੀ ਗਈ ਤੇ ਉਹ ਜਿਸਲੇ ਤੀਰ ਚਲਾਉਂਦਾ ਸਾਡੇ ਉੱਤੇ, ਤਾਂ ਉਹ ਜਿਹੜੀ ਢਾਲ ਆ ਪ੍ਰਭੂ ਦੀ, ਉਹ ਸਾਡੇ ਅੱਗੇ ਰਹਿੰਦੀ ਹੈ। ਉਹ ਯਿਸੂ ਦੀ ਢਾਲ, ਉਹ ਸਾਡੇ ਵਿੱਚ ਤੇ ਉਹਦੇ ਵਿੱਚ ਯਿਸੂ ਆਪ ਖੜਾ। ਔਰ ਇਸ ਕਰਕੇ ਪ੍ਰਭੂ ਦੇ ਵਚਨ ਦੇ ਵਿੱਚ ਸਾਨੂੰ ਇਹ ਚੀਜ਼ ਦਿਖਾਈ ਗਈ ਹੈ। ਅਗਰ ਇਸ ਨੂੰ ਧਿਆਨ ਦੇ ਨਾਲ ਦੇਖੀਏ ਕਿ ਉਹ ਇੱਕ ਹੋਰ ਦਰਸ਼ਨ ਵਿੱਚ ਪ੍ਰਭੂ ਨੇ ਮੈਨੂੰ ਮਹਾਪੁਰਖ ਯਹੋਸ਼ੂਆ ਨੂੰ ਆਪਣੇ ਸਵਰਗਦੂਤ ਸਾਹਮਣੇ ਖੜਾ ਦਿਖਾਇਆ, ਅਤੇ ਉਸਦੇ ਸੱਜੇ ਹੱਥ ਸ਼ੈਤਾਨ ਵੀ ਖੜਾ ਸੀ, ਅਤੇ ਉਹ ਮਹਾਪੁਰਖ ਯਹੋਸ਼ੂਆ ਤੇ ਦੋਸ਼ ਲਾਵੇ। ਪਰ ਪ੍ਰਭੂ ਦੇ ਸਵਰਗਦੂਤ ਨੇ ਸ਼ੈਤਾਨ ਨੂੰ ਕਿਹਾ, ਸ਼ੈਤਾਨ, ਪ੍ਰਭੂ ਦੀ ਮਾਰ ਤੇਰੇ ਉੱਤੇ ਪਵੇ। ਪ੍ਰਭੂ ਜਿਸ ਨੇ ਯਰੂਸ਼ਲਮ ਨੂੰ ਆਪਣੇ ਲਈ ਚੁਣ ਲਿਆ ਹੈ, ਉਹ ਤੈਨੂੰ ਝਿੜਕੇ, ਅਤੇ ਇਹ ਆਦਮੀ ਸੱਚਮੁੱਚ ਅੱਗ ਦੇ ਵਿੱਚੋਂ ਕੱਢੀ ਸੋਟੀ ਦੇ ਵਾਂਗ। ਇਸ ਨੂੰ ਪ੍ਰਭੂ ਨੇ ਜਲਦੇ ਨੂੰ ਬਚਾ ਲਿਆ। ਇਸ ਨੂੰ ਹੱਥ ਪਾ ਕੇ ਪ੍ਰਭੂ ਨੇ ਨਰਕ ਤੋਂ ਬਾਹਰ ਕੱਢ ਲਿਆ। ਪਰ ਮੈਂ ਨਹੀਂ ਤੈਨੂੰ ਝਿੜਕਾਂਗਾ। ਅਸੀਂ ਉੱਥੇ ਵੈਰੀ ਨੂੰ ਝਿੜਕਣ ਦੇ ਲਈ ਨਹੀਂ ਬੈਠੇ, ਜਾਂ ਉਸਨੂੰ ਕਿਸੇ ਬੜੀ ਆ ਤੈਨੂੰ ਅਸੀਂ ਅੱਗ ਦੀ ਝੀਲ ਚ ਸੁੱਟਦੇ ਹਾਂ। well, we are not there for that. ਉਹ ਪ੍ਰਭੂ ਦੇ ਆਪਣੇ ਕੰਮ ਆ। ਸਾਡਾ ਕੰਮ ਤਾਂ ਜਿਹੜਾ ਸਿਰਫ ਹੈਗਾ ਉਹ ਇੱਕੋ ਹੀ ਆ ਕਿ ਜਿਹੜੇ ਉਸ ਲੱਖ ਦੀ ਝੀਲ ਦੇ ਵੱਲ ਜਾਂਦੇ ਪਏ, ਬਲ ਦੀ ਝੀਲ ਦੇ ਵੱਲ ਜਾਂਦੇ ਪਏ ਆ, ਉਹਨਾਂ ਚ ਜਿੰਨੀ ਕੱਢ ਸਕਦੇ ਹਾਂ ਅਸੀਂ ਕੱਢ ਲਈ। ਸ਼ੁਭ ਸਮਾਚਾਰ ਦੀ ਜੁੱਤੀ ਪਾ ਕੇ ਜਾਈਏ ਔਰ ਉਹ ਕਰ ਲਈਏ। ਔਰ ਜਿੰਨੀ ਦੇਰ ਤੱਕ ਅਸੀਂ ਸ਼ੁਭ ਸਮਾਚਾਰ ਸੁਣਾ ਰਹੇ ਹਾਂ ਤੇ ਇਹ ਸਾਰੇ ਹਥਿਆਰ ਸਾਡੇ। ਪਰ ਜਿਸ ਵੇਲੇ ਮੈਂ ਆਪਣਾ ਸਮਾਚਾਰ ਸੁਣਾਉਣ ਲੱਗ ਪਿਆ ਤੇ ਫਿਰ ਇਹ ਹਥਿਆਰ ਨਹੀਂ ਸਾਡੇ ਆਲੇ ਦੁਆਲੇ, ਇਹ ਉਨੀ ਦੇਰ ਤੱਕ। ਸੋ ਇੱਥੇ ਅਸੀਂ ਅਗਨੀ ਬਾਣ ਚੱਲਦੇ ਦੇਖਦੇ ਪਏ, ਪਰ ਪ੍ਰਭੂ ਦੀ ਢਾਲ ਜਿਹੜੀ ਆ ਉਸ ਤੇ ਅੱਗੇ ਆ ਗਈ। ਤੇ ਉਸਨੇ ਚੰਗੇ ਕੰਮ ਕੀਤੇ ਆ? ਨਹੀਂ। ਕਿਉਂ? ਪ੍ਰਭੂ ਦੀ ਕਿਰਪਾ ਹੋਈ ਉਸ ਤੇ। ਔਰ ਫਿਰ ਦੇਖੋ ਕਿ ਮਹਾਪੁਰਖ ਯਹੋਸ਼ੂਆ, ਉਸ ਤੋਂ ਬਾਅਦ ਤੁਸੀਂ ਦੇਖੋ, ਉਸ ਤੋਂ ਬਾਅਦ ਕਿਸੇ ਨੇ ਸ਼ੈਤਾਨ ਉੱਤੇ ਖੜਾ ਆ, ਕਿਸੇ ਨੇ ਉਸਦੇ ਵੱਲ ਧਿਆਨ ਹੀ ਨਹੀਂ ਕੀਤਾ। ਉਹ ਬੇਬੁਲਾਇਆ ਮਹਿਮਾਨ ਆ, ਜਿਹਦੇ ਵੱਲ ਕੋਈ ਅਟੈਂਸ਼ਨ ਹੀ ਨਹੀਂ ਦੇ ਰਿਹਾ। ਸਾਰਾ ਧਿਆਨ ਉਸ ਬਚੇ ਹੋਏ ਇਨਸਾਨ ਦੇ ਵੱਲ ਚਲਾ ਗਿਆ। ਔਰ ਫਿਰ
महापुरोहित योशुआ ने उस वेले गंदे कपड़े पहन के खड़ा सी। सो स्वर्गदूत ने अपने लागे खड़े दासां नूं कहा, इस दे सब गंदे कपड़े उतार देवो। तद स्वर्गदूत ने योशुआ नूं कहा, मैं तेरे सब पाप दोष दूर कर दिते हन अते मैं तैनूं होर बहुमुल्ले कपड़े देवांगा, तेनूं नवां वस्त्र दूंगा, पहनण नूं दूंगा। फिर स्वर्गदूत ने अपने लागे खड़े दास नूं कहा, इस दे सिर दे उत्ते पगड़ी, नवीं पगड़ी रखो, इज्जत। इस दे सिर दे उत्ते नवीं पगड़ी रखो, जेड़ी के उसने दोष ला के उतार दिती सी। उसने कहा हुण ओह पगड़ी ना रखो, हुण नवीं पगड़ी रखो इस दे सिर दे उत्ते, क्योंकि जेड़ा हुण इस नूं माण मिलना वो प्रभु दे वल्लों है, वो प्रभु दा माण इस नूं मिलना। इसलिए उन्होंने यहोशुआ दे सिर ते नवीं पगड़ी रखी अते उसनूं नवे कपड़े भी पहनाए अते उस वेले प्रभु दा स्वर्गदूत उत्थे खड़ा सी। तद प्रभु ने अपने स्वर्गदूत दे राही महापुरोहित यहोशुआ नूं कहा। सो इत्थे बहुत सारे सवाल उठ के खड़े हो जाते हैं कि वो पाप जिहड़े माफ कीते स्वर्गदूत ने माफ कीते कि वो जिहड़े पाप माफ कीते प्रभु ने कीते? नहीं, प्रभु ने कीते, क्योंकि वो स्वर्गदूत एक स्पीकर की तरह हुंदा, ਉਹੀ बोलदा जो ਉਹਦੇ ਵਿੱਚ ਬੋਲਿਆ ਗਿਆ। स्वर्गदूत एक हथियार की तरह हुंदा, उदों ही चलदा जिसले ਉਹਨੂੰ चलाउण वाला उसनूं हुक्म दिंदा। सो जिहड़ा स्वर्गदूत आ वो अपने आप दे विच कुछ नहीं कर सकता, उस प्रभु दा 100% सेवक और 100% वो प्रभु दी एक एक गल नूं पूरा करता। सो स्वर्गदूत ने यह कहा, जेकर तू मेरे हुक्मां दा पालन करदा होया मेरे राहां ते चलेगा तो जो मैनूं दस्से, जो मैं तैनूं दस्से हां, मेरे इस घर अते इस दियां वेड़ियां दी हमेशा तक अधिकारी रहेगा। मैं तेरी प्रार्थना उसे तरह सुनांगा जिस तरह मैं अपने सामने खड़े होने वाले स्वर्गदूतां दी सुनदा हां। सो महापुरोहित यहोशुआ अते उसदे साथी पुरोहित सुन, तुसीं सब चंगे भागां वाले हो अते मैं अपने दास अर्थात शाक नूं अगे लियावांगा अते उस पत्थर नूं देखो जो महापुरोहित यहोशुआ दे सामने रखिया गया है। इत्थे इक्को ही पत्थर दे 7 सिर हन। मैं उस उत्ते लेख लिखांगा। मैं केवल इक्को ही दिन विच इस देश दे पाप धो देवांगा। उस दिन तुहाडे विच हर कोई अपने गुआंढी नूं अपनी अंगूरी वेल अते अंजीर दे बूटे हेठ सद के खुशी अंगूरी फल दा रस ते अंजीर दे बूटे दा तुसी वंडोगे, तुसी रोटी ते दाख रस वंडोगे एक दूजे दे नाल, जिस दिन मैं वो काम करूंगा। सो प्रभु भोज दे विच बहुत कुछ छुपिया है। प्रभु भोज दे विच बहुत ही प्यारियां प्यारियां चीजां जिहड़ियां सानू देखण नूं मिलदियां और असीं बहुत कुछ ओचो इग्नोर कर जांदे। बहुत भारी बरकत आ बंदे नूं जिहड़ी ओ मिली, एक महाप्रसाद मिलिया बंदे उसदे विच जो प्रभु ने दिता और अपना आप दिता। उस तो बड़ा प्रसाद को किसी ने नहीं दिता। सो आओ अगे। सो उसने क्या कि आत्मा दी तलवार दे रूप विच अर्थात उस आत्मा नूं जो परमेश्वर दा वचन है लै लवो। इस सब दे नाल हर वेले आत्मा दे राही प्रार्थना करते रहो अते परमेश्वर तो मदद मंगते रहो अते परमेश्वर दे लोकां दे लई भी दिन रात प्रार्थना करते रहो। मेरे लिए भी प्रार्थना करो कि बोलते समय परमेश्वर मैनूं इहो जिहे शब्द देवे जिन्हां दे राही मैं दलेरी दे नाल शुभ समाचार दे गुप्त भेत नूं लोकां दे सामने प्रगट करां, क्योंकि मैं इसे दा राजदूत हां। बेशक मैं इस समय की कैदी हां। प्रार्थना करो कि मैं दलेरी दे नाल इस नूं प्रगट करां जिस तरह के मैनूं करना चाहिदा है। सो किथे आ सारे दा सारा छुपिया किथे आ? पैरां दे विच शुभ समाचार सुनाउण वाली चिट्ठी।
शुभ समाचार सुनाने ਲਈ ਦਿੱਤੀ। ਸਾਰਾ ਕੁਝ ਤਾਂ ਮੈਨੂੰ ਵੀ ਨਹੀਂ ਪਤਾ। ਅਸੀਂ ਇਹ ਕਹਿੰਦੇ ਕਿ ਜਿਸ ਵੇਲੇ ਪਤਾ ਲੱਗੂ ਫਿਰ ਕਿਸੇ ਨੂੰ ਦੱਸਾਂਗੇ, ਨਹੀਂ। ਜਿਹੜੀਆਂ ਚੀਜ਼ਾਂ ਮੈਨੂੰ ਨਹੀਂ ਪਤਾ ਉਹਨਾਂ ਦਾ ਮੈਂ ਜ਼ਿੰਮੇਦਾਰ ਨਹੀਂ, ਉਹਨਾਂ ਦਾ ਮੈਨੂੰ ਜ਼ਿੰਮੇਦਾਰ ਪ੍ਰਭੂ ਨੇ ਬਿਲਕੁਲ ਨਹੀਂ ਠਹਿਰਾਇਆ। ਪਰ ਜਿਹੜੀਆਂ ਮੇਰੇ ਸਮਝ ਆ ਗਈਆਂ, ਜਿੰਨਾ ਕੁ ਮੰਦ ਬੁੱਧੀ ਦੇ ਵਿੱਚ ਉਹਨੇ ਮੇਰੀ ਚ ਪਾ ਦਿੱਤਾ ਹੈ, ਉਹਦਾ ਮੈਨੂੰ ਜਵਾਬ ਦੇਣਾ। ਇਸ ਕਰਕੇ ਪ੍ਰਭੂ ਦੀ ਇਹ ਮਹਾਨ ਬਰਕਤ। ਸੋ ਕੱਲ ਨੂੰ ਇਹਦੇ 2 ਹਿੱਸੇ ਰਹਿ ਗਏ। ਕੱਲ ਨੂੰ ਇਸ ਨੂੰ ਦੇਖਾਂਗੇ ਔਰ ਸੰਡੇ ਨੂੰ ਅਸੀਂ ਇਸ ਪੁਸਤਕ ਨੂੰ ਖਤਮ ਕਰਾਂਗੇ ਔਰ ਫਿਰ ਟਿਊਜ਼ਡੇ ਤੋਂ ਅਸੀਂ ਦਾਊਦ ਦੇ ਉੱਤੇ ਸਟੱਡੀ ਸ਼ੁਰੂ ਕਰਾਂਗੇ। ਰਾਜਾ ਦਾਊਦ ਨੂੰ ਦੇਖਾਂਗੇ ਕਿ ਪ੍ਰਭੂ ਨੇ ਕਿੰਨੀਆਂ ਬਰਕਤਾਂ ਮਾਸਟਰ ਜੀ ਐਕਸਕਿਊਜ਼ ਮੀ, ਹਾਂਜੀ, ਮੈਂ ਇਹ ਯਹੋਸ਼ਾ ਵਾਲੇ ਪੁੱਛਣਾ ਸੀ, ਇਹ ਉਹੀ ਯਹੋਸ਼ੂਆ ਜਿਹੜਾ ਮੂਸਾ ਦੇ ਬਾਅਦ ਦੇ ਵਿੱਚ ਜਿਹੜਾ ਸੀਗਾ? ਨਹੀਂ, ਉਹ ਯਹੋਸ਼ੂਆ ਨਹੀਂ ਹੈਗਾ। ਇਹ ਯਹੋਸ਼ੂਆ ਜਿਹੜਾ ਇਹ ਜਿਸਲੇ ਉਹਨਾਂ ਨੂੰ ਬਾਬਲ ਦੇ ਵਿੱਚ ਬੰਦੀ ਬਣਾ ਕੇ ਲੈ ਜਾਇਆ ਗਿਆ, ਹਾਂਜੀ, ਅੰਦਰ ਢੱਠ ਚੁੱਕਾਇਆ, ਇਹ ਉਸ ਸਮੇਂ ਦੀਆਂ ਗੱਲਾਂ ਹੈ। ਕਿਉਂਕਿ ਇਹ ਜਿਹੜੇ ਫਰੀਸੀ ਸਦੂਕੀ ਜਿਹੜੇ ਉਸ ਸਮੇਂ ਦੇ ਵਿੱਚ ਸੀ, ਇਹਨਾਂ ਨੇ ਮੰਦਿਰ ਦੇ ਵਿੱਚ ਬਹੁਤ ਗੰਦਗੀ ਖਿਲਾਰ ਦਿੱਤੀ ਸੀ। ਸੋ ਉਹ ਗੰਦਗੀ, ਇਹ ਬੇਸ਼ੱਕ ਕੱਪੜੇ ਚਿੱਟੇ ਪਾ ਕੇ ਬੈਠੇ ਸੀ, ਪਰ ਉਹ ਗੰਦਗੀ ਜਿਹੜੀ ਸੀ ਪ੍ਰਭੂ ਇਹਨਾਂ ਨੂੰ ਜਿਸਲੇ ਦੇਖਦਾ ਸੀ ਤੇ ਉਹ ਗੰਦਗੀ ਦਿਸਦੀ ਸੀ ਇਹਨਾਂ ਦੀ, ਜਿਨ੍ਹਾਂ ਦੀ ਇਹਨਾਂ ਨੂੰ ਸਜ਼ਾ ਮਿਲੀ ਸੀ, ਜਿਹਦੇ ਪਾਪ ਦੇ ਵਿੱਚ ਸੀ। ਸੋ ਇਹ ਜਿਹੜਾ ਹੈਗਾ ਇਹ ਬਹੁਤ ਅੱਗੇ ਜਾ ਕੇ ਰਾਜਿਆਂ ਤੋਂ ਬਾਅਦ ਵੀ ਅਸੀਂ ਇਹਨਾਂ ਨੂੰ ਦੇਖਦੇ ਪਏ ਹਾਂ। ਆਖਰੀ ਰਾਜਿਆਂ ਤੋਂ ਜਿਹੜਾ ਹੋਇਆ ਇਹਨਾਂ ਦਾ, ਉਸ ਤੋਂ ਬਾਅਦ ਦੀਆਂ ਗੱਲਾਂ ਇਹ ਦੇਖਦੇ ਪਏ। ਹੁਣ ਇਸ ਵੇਲੇ ਇਹ ਬਾਬਲ ਦੇ ਵਿੱਚ ਬੈਠੇ ਹੋ। ਥੈਂਕ ਯੂ ਜੀ, ਥੈਂਕ ਯੂ ਪਾਸਟਰ ਜੀ। ਆਓ ਦੁਆ ਕਰੀਏ ਪ੍ਰਭੂ ਦੇ ਹੱਥਾਂ 'ਚ। ਪ੍ਰਭੂ ਜੀ, ਮੈਂ ਤੇਰਾ ਬਹੁਤ ਸ਼ੁਕਰ ਕਰਦਾ ਇਸ ਪਵਿੱਤਰ ਸਮੇਂ ਦੇ ਲਈ। ਪ੍ਰਭੂ ਜੀ, ਇਹ ਚੀਜ਼ਾਂ ਸਿਰਫ ਸਿੱਖਣ ਵਾਸਤੇ ਨਹੀਂ, ਲੇਕਿਨ ਪ੍ਰਭੂ ਜੀ ਅਪਣਾਉਣ ਵਾਸਤੇ ਆ ਕਿ ਤੂੰ ਪਾਪੀ ਦੇ ਲਈ ਇਹ ਸਾਰੀਆਂ ਚੀਜ਼ਾਂ ਰੱਖੀਆਂ। ਤੂੰ ਪਾਪੀਆਂ ਦਾ ਪ੍ਰਭੂ ਜੀ ਜੋ ਕੁਝ ਅਸੀਂ ਪਾਇਆ ਆ ਉਸ ਨੂੰ ਤੂੰ ਉਤਾਰਦਾ, ਕਿਉਂਕਿ ਉਸ ਵਿੱਚ ਗੰਦਗੀ ਆ, ਔਰ ਤੂੰ ਆਪਣਾ ਆਪ, ਆਪਣੀ ਪਵਿੱਤਰਤਾ ਸਾਨੂੰ ਦੇ। ਹਰ ਚੀਜ਼ ਪ੍ਰਭੂ ਜੀ ਤੇਰੀ ਆਪਣੀ ਹੈ ਜੋ ਤੂੰ ਸਾਨੂੰ ਪਹਿਨਾਈ ਹੈ। ਇਸ ਦੇ ਲਈ ਅਸੀਂ ਤੇਰਾ ਸ਼ੁਕਰ ਕਰਦੇ। ਸੱਚਮੁੱਚ ਖੁਦਾਵੰਦ, ਇਹਨਾਂ ਚੀਜ਼ਾਂ ਦਾ ਆਨੰਦ ਅਸੀਂ ਉਸ ਵੇਲੇ ਹੀ ਮਾਣਦੇ ਹਾਂ ਜਿਸ ਲਈ ਅਸੀਂ ਆਪਣੇ ਪੈਰੀਂ ਸ਼ੁਭ ਸਮਾਚਾਰ ਦੀ ਜੁੱਤੀ ਪਾ ਕੇ ਜਾਂਦੇ ਹਾਂ। ਕਿੰਨੇ ਸੁਹਾਵਣੇ ਆ ਉਹਨਾਂ ਦੇ ਪੈਰ ਜੋ ਸ਼ੁਭ ਸਮਾਚਾਰ ਲੈ ਕੇ ਆਉਂਦੇ ਆ। ਪ੍ਰਭੂ ਜੀ, ਤੇਰਾ ਵਚਨ ਕਹਿੰਦਾ, Blessed are the feet of those who brings the good news। ਜਿਹੜੇ ਧੰਨ ਆ ਉਹ ਪੈਰ ਜਿਹੜਾ ਸ਼ੁਭ ਸਮਾਚਾਰ ਲੈ ਕੇ ਆਉਂਦੇ। ਸੋ ਪ੍ਰਭੂ ਜੀ, ਸਾਡਾ ਧਿਆਨ ਤੂੰ ਇਸ ਤੇ ਵੱਲ ਲਾ, ਕਿਉਂਕਿ ਸਾਡੀ ਸ਼ੁਰੂਆਤ ਪ੍ਰਭੂ ਜੀ ਮੁਕਤੀ ਦੇ ਲੋਹ ਟੋਪ ਦੇ ਕਾਰਨ ਨਹੀਂ, ਉਹ ਤਾਂ ਤੇਰੀ ਦਿੱਤੀ ਹੋਈ ਦਇਆ। ਪਰ ਸ਼ੁਭ ਸਮਾਚਾਰ ਸਾਡਾ ਸਭ ਤੋਂ ਵੱਡਾ ਗਿਫਟ ਜੋ ਤੂੰ ਸਾਨੂੰ ਦਿੱਤਾ, ਔਰ ਜਿਸ ਦੇ ਰਾਹੀਂ ਪ੍ਰਭੂ ਜੀ ਅਸੀਂ ਤੈਨੂੰ ਕੰਮ ਕਰਦਾ ਦੇਖਦੇ, ਤੇਰਿਆਂ ਬੱਚਿਆਂ ਦੇ ਵਿੱਚ, ਭੈਣਾਂ ਭਰਾਵਾਂ ਦੇ ਵਿੱਚ, ਰਿਸ਼ਤੇਦਾਰਾਂ ਦੇ ਵਿੱਚ ਪ੍ਰਭੂ ਜੀ ਅਸੀਂ ਉਹ ਜ਼ਿੰਦਗੀ ਆਉਂਦੀ ਤੇ। ਮੇਰੇ ਪਿਆਰੇ ਪ੍ਰਭੂ, ਮੇਰੇ ਭੈਣਾਂ ਭਰਾਵਾਂ ਦੇ ਨਾਲ ਤੂੰ ਬਣੇ। ਖਾਸ ਦੁਆ ਪ੍ਰਭੂ ਜੀ ਮੈਂ ਅੱਜ ਜੀਵਨ ਦੇ ਲਈ ਕਰਦਾ ਪ੍ਰਭੂ ਜੀ, ਉਸਦੀ ਸਰਜਰੀ ਹੋਈ ਹੈ। ਸੋ ਖੁਦਾਵੰਦ ਤੂੰ ਆਪਣੇ ਬੱਚੇ ਦੇ ਨਾਲ ਬਣੇ, ਆਪਣਾ ਹੱਥ ਵਧਾ ਕੇ ਉਸ ਨੂੰ ਛੂ ਔਰ ਉਸ ਨੂੰ ਤੰਦਰੁਸਤੀ ਦੇ। ਮੈਂ ਮਾਨਵ ਨੂੰ ਔਰ ਪ੍ਰਭੂ ਜੀ ਅੰਮ੍ਰਿਤ ਨੂੰ ਤੇਰੇ ਕੋਲ ਲੈ ਕੇ ਆਉਂ। ਦੋਨਾਂ ਬੱਚਿਆਂ ਦੇ ਉੱਤੇ, ਦੋਨਾਂ ਬੇਟਿਆਂ ਦੇ ਉੱਤੇ ਪ੍ਰਭੂ ਜੀ ਤੇਰੀ ਕੁਦਰਤ ਬਣੀ ਰਹੇ। ਔਰ ਪ੍ਰਭੂ ਜੀ ਮੈਂ ਅਸੀਂ ਤੇਰਾ ਸ਼ੁਕਰ ਕਰਦੇ ਹਾਂ ਕਿ ਤੂੰ ਜ਼ਿੰਦਗੀਆਂ ਨੂੰ ਬਦਲਣ ਵਾਲਾ ਪ੍ਰਭੂ, ਤੂੰ ਪੁਰਾਣੀਆਂ ਚੀਜ਼ਾਂ ਲਾ ਕੇ ਨਵੀਆਂ ਚੀਜ਼ਾਂ ਪਹਿਨਾਉਣ ਵਾਲਾ ਪ੍ਰਭੂ। ਸੋ ਪ੍ਰਭੂ ਜੀ ਮੈਂ ਇਹ ਦੁਆ ਕਰਦਾ ਕਿ ਇਹਨਾਂ ਦੋਨਾਂ ਬੱਚਿਆਂ ਦੇ ਉੱਤੇ ਤੇਰਾ ਰਹਿਮ ਬਣੇ। ਇਸੇ ਤਰ੍ਹਾਂ ਪ੍ਰਭੂ ਜੀ ਅਸੀਂ ਰਾਜਨ ਦੇ ਲਈ, ਉਸਦੀ ਪਤਨੀ ਦੇ ਲਈ ਦੁਆ ਕਰਦੇ। ਖੁਦਾਵੰਦ ਤੂੰ ਆਪਣੀ ਬਰਕਤ ਦੇ ਨਾਲ ਉਹਨਾਂ ਨੂੰ ਦਰਸ਼ਨ ਦੇ, ਆਪਣਾ ਚਿਹਰਾ ਉਹਨਾਂ ਤੇ ਚਮਕਾ। ਔਰ ਪ੍ਰਭੂ ਜੀ ਅਸੀਂ ਤੇਰੇ ਕੋਲ ਇੱਕ ਦਾਤ ਮੰਗਦੇ ਹਾਂ ਜੋ ਤੂੰ ਉਸ ਬੱਚੇ ਨੂੰ ਦੇ। ਅਗਰ ਖੁਦਾਵੰਦ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਐਸੀ ਚੀਜ਼ ਆ ਜਿਸ ਦੇ ਕਾਰਨ ਉਹਨਾਂ ਨੂੰ ਪ੍ਰਭੂ ਦੇ ਕੋਲ ਆਉਣਾ ਚਾਹੀਦਾ, ਤਾਂ ਪ੍ਰਭੂ ਜੀ ਤੂੰ ਉਸ ਦੇ ਲਈ ਉਸ ਜੋੜੇ ਨੂੰ ਆਪਣੇ ਸ਼ਬਦਾਂ ਦੇ ਨਾਲ ਪ੍ਰਭੂ ਜੀ ਤੂੰ ਉਹਨਾਂ ਦੇ ਮਨਾਂ ਨੂੰ ਤਿਆਰ ਕਰ।
इस सारे समय ਨੂੰ मैं प्यारे बाप तेरिया पवित्र हत्थां दे विच दिन्ना। साडे नाल तू बनी रहे, बुरे और बुराई तो सानू बचा के प्यारे बाप साडे सत्ते पासे तेरी हजूरी बनी रहे। उस चट्टान दे भी प्रभु जी 7 सिर जिस दे उत्ते प्रभु जी असीं खड़े हैं। तेरा शुक्र है प्रभु जी, तेरा शुक्र। प्यारे बाप साडे अगे साडे पिछे साडे सज्जे खब्बे पैरां दे विच तेरा छोटा रस्ता, स्वर्ग तो तेरी निगाहबानी, अंदर तेरा पवित्र प्रभु जी वास करे। बुरे और बुराई तो सानू बचा के रखे, अपने विच तू सानू बना के रखे। प्रभु यीशु मसीह दे मिठे और प्यारे नाम दे विच ये सब कुछ असीं मांगदे, साडी दुआ नूं सुण के ब्लेस यू। कल मिलांगे और संडे नूं क्योंकि साडी स्टडी थोड़ी छोटी होनी है, सो संडे नूं मैं तुहानूं मौका दूंगा शुक्रगुजारी दा। उस दिन असीं जो कुछ इस पुस्तक दे विच सिੱਖਿਆ, तुहानूं की देखण नूं मिलिਆ, ਉਹ ਸਾਰੀਆਂ ਚੀਜ਼ਾਂ ਅਸੀਂ संडे नूं देखांगे। ब्लेस यू। प्रभु तुहानूं बरकत दे।